हेलो एवरीवन, मेरा नाम निष्ठा बंसल है। मैं एक फाइनल ईयर स्टूडेंट हाँ एम्स भोपाल च। मैं अपना नीट 2020 ਦਿੱਤਾ ਸੀ ਤੇ ਮੇਰਾ ਰੈਂਕ 484 ਸੀਗਾ ਤੇ ਮੇਰੇ ਮਾਰਕਸ 683 ਸੀਗੇ। ਤਾਂ ਹੁਣ ਆਪਾਂ ਕੰਟੀਨਿਊ ਕਰਾਂਗੇ ਮੋਰਫੋਲੋਜੀ ਆਫ ਫਲਾਵਰਿੰਗ ਪਲਾਂਟਸ ਵਾਲੇ ਚੈਪਟਰ ਨਾਲ। ਆਪਾਂ ਨੇ ਹੁਣ ਤੱਕ ਆਪਣੇ ਜਿੰਨੇ ਵੀ ਪਲਾਂਟਸ ਦੇ ਪਾਰਟਸ ਕੀ ਹੁੰਦੇ ਨੇ, ਰੂਟ, ਸਟੈਮ, ਲੀਫ, ਉਹਨਾਂ ਦੇ ਬਾਰੇ ਡਿਸਕਸ ਕਰ ਲਿਆ। ਤੇ ਉਸ ਤੋਂ ਬਾਅਦ ਫਲਾਵਰ ਸਟਾਰਟ ਕੀਤਾ ਸੀ। ਫਲਾਵਰ ਐਂਡ ਦੈਨ ਫਲੋਰੈਸੈਂਸ, ਫਲਾਵਰ ਦੇ ਪਾਰਟਸ ਕੀ ਹੈ, ਉਹਦੇ ਕਿੰਨੇ ਵਰਲਸ, ਫਰੂਟ ਦੇ ਉੱਤੇ ਗਏ ਸੀਗੇ। ਫਰੂਟ ਕੀ ਹੈ, ਫਰੂਟ ਕਿਵੇਂ ਬਣਦਾ ਹੈ ਤੇ ਉਹਦੇ ਪਾਰਟਸ ਕੀ ਰਹਿੰਦੇ ਨੇ। ਹੁਣ ਅੱਗੇ ਕੰਟੀਨਿਊ ਕਰਦੇ ਹੋਏ ਆਪਾਂ ਚੱਲਾਂਗੇ ਕਿ ਸੀਡ ਕੀ ਹੁੰਦਾ ਹੈ। ਤਾਂ ਉਹਦੇ ਆਪਾਂ ਨੇ ਪਾਰਟਸ ਡਿਸਕਸ ਕੀਤੇ ਸੀ ਫਲਾਵਰ ਦੇ, ਕੈਲਿਕਸ, ਕਰੂਲਾ, ਐਂਡੋਸ਼ੀਅਮ ਤੇ ਗਾਇਨੋਸ਼ੀਅਮ। ਫਿਰ ਉਸ ਤੋਂ ਬਾਅਦ ਕੀ ਐਸਟੀਵੇਸ਼ਨਸ ਹੁੰਦੀਆਂ ਨੇ ਉਹ ਦੇਖਿਆ। ਫਿਰ ਉਸ ਤੋਂ ਬਾਅਦ ਆਪਾਂ ਨੇ ਪਲੇਸੈਂਟੇਸ਼ਨਸ ਦੀਆਂ ਟਾਈਪਸ ਦੇਖੀਆਂ ਕੀ ਹੁੰਦੀਆਂ ਨੇ, ਜਿਵੇਂ ਕਿ ਮਾਰਜਨਲ ਹੈ, ਫਿਰ ਮਾਰਜਨਲ ਤੋਂ ਬਾਅਦ ਐਕਸਿਲ ਹੈ, ਫਿਰ ਪੈਰਾਈਟਲ ਹੈ, ਫਿਰ ਉਸ ਤੋਂ ਬਾਅਦ ਫ੍ਰੀ ਸੈਂਟਰਲ ਹੁੰਦਾ ਤੇ ਇੱਕ ਬੇਸਲ ਹੁੰਦਾ। ਤੇ ਉਹਨਾਂ ਦੇ ਸਭ ਦੀ ਐਗਜ਼ਾਮਪਲਸ ਨੇ, ਉਹ ਵੀ ਆਪਾਂ ਨੇ ਦੇਖੀਆਂ ਸੀਗੀਆਂ। ਫਿਰ ਆ ਜਾਂਦੇ ਫਰੂਟ। ਫਰੂਟ ਦੇ ਅੰਦਰ ਆਪਾਂ ਨੇ ਦੇਖਿਆ ਫਰੂਟ ਕਿਵੇਂ ਬਣਦਾ, ਉਹਦੇ ਪਾਰਟਸ ਕੀ ਨੇ। ਫਿਰ ਪਾਰਥੀਨੋਕਾਰਪੀ ਕੀ ਹੁੰਦੀ ਹੈ, ਕਿੱਥੇ ਡਿਜ਼ਾਇਰੇਬਲ ਹੈ, ਕਿੱਥੇ ਅਨਡਿਜ਼ਾਇਰੇਬਲ ਹੈ, ਉਹ ਸਭ। ਤੇ ਉਸ ਤੋਂ ਬਾਅਦ ਕੁਝ ਐਗਜ਼ਾਮਪਲਸ ਦੇਖਿਆ ਸੀ ਕਿ ਫਰੂਟ ਕੀ ਹੈ ਤੇ ਉਸ ਦਾ ਐਡੀਬਲ ਪਾਰਟ ਕੀ ਹੈ। ਹੁਣ ਆਪਾਂ ਅੱਗੇ ਚੱਲਦੇ ਹਾਂ, ਇਹ ਦੇਖਦੇ ਹਾਂ ਕਿ ਵਾਟ ਇਜ਼ ਸੀਡ। ਹੁਣ ਜਿਹੜਾ ਸੀਡ ਹੁੰਦਾ ਉਹ ਬਣਦਾ ਆਫਟਰ ਫਰਟੀਲਾਈਜੇਸ਼ਨ। ਜਿਹੜੇ ਓਵਿਊਲਸ ਹੁੰਦੇ ਨੇ ਉਹ ਡਿਵੈਲਪ ਹੁੰਦੇ ਨੇ ਸੀਡ ਦੇ ਅੰਦਰ। ਜਿਹੜਾ ਸੀਡ ਹੁੰਦਾ ਉਹ ਕਿਹਦੇ ਨਾਲ ਬਣਿਆ ਹੁੰਦਾ, ਉਹ ਇੱਕ ਬਣਿਆ ਹੁੰਦਾ ਇੱਕ ਸੀਡ ਕੋਟ ਨਾਲ ਤੇ ਇੱਕ ਐਮਬ੍ਰੀਓ ਨਾਲ। ਤੇ ਜਿਹੜਾ ਐਮਬ੍ਰੀਓ ਹੁੰਦਾ ਉਹਦੇ ਅੰਦਰ ਕੀ ਹੁੰਦਾ, ਇੱਕ ਰੈਡੀਕਲ ਹੁੰਦਾ, ਇੱਕ ਐਮਬ੍ਰੀਓਨਲ ਐਕਸਿਸ ਹੁੰਦਾ ਤੇ ਉਸ ਤੋਂ ਬਾਅਦ ਇੱਕ ਜਾਂ ਫਿਰ ਦੋ ਕੋਟਿਲਿਡਨਸ ਹੋਣਗੇ। ਠੀਕ ਹੈ। ਹੁਣ ਉਸ ਤੋਂ ਬਾਅਦ ਆ ਜਾਂਦਾ ਹੈ ਸਟਰਕਚਰ ਆਫ ਅ ਡਾਇਕੋਟਿਲਿਡਨਸ ਸੀਡ। ਠੀਕ ਹੈ। ਹੁਣ ਸਟਰਕਚਰ ਆਫ ਅ ਡਾਇਕੋਟਿਲਿਡਨਸ ਸੀਡ ਕੀ ਹੁੰਦਾ ਹੈ? The outermost covering of a seed is the seed coat। ਜਿਹੜਾ ਆਊਟਰਮੋਸਟ ਕਵਰਿੰਗ ਹੁੰਦਾ ਸੀਡ ਦਾ ਉਹਨੂੰ ਬੋਲਦੇ ਸੀਡ ਕੋਟ। ਹੁਣ ਜਿਹੜਾ ਸੀਡ ਕੋਟ ਹੁੰਦਾ ਉਹਦੀ ਵੀ ਅੱਗੇ ਦੋ ਲੇਅਰਸ ਹੁੰਦੀਆਂ ਨੇ। ਜਿਹੜੇ ਬਾਹਰ ਵਾਲੀ ਲੇਅਰ ਹੁੰਦੀ ਹੈ ਉਹਨੂੰ ਬੋਲਦੇ ਆਊਟਰ ਟੈਸਟਾ, ਤੇ ਜਿਹੜੇ ਇਨਰ ਲੇਅਰ ਹੁੰਦੇ ਉਹਨੂੰ ਟੈਗਮਨ ਬੋਲਦੇ ਆ। ਹੁਣ ਇਸ ਤੋਂ ਇਲਾਵਾ ਇੱਕ ਹਾਈਲਮ ਕਰਕੇ ਸਕਾਰ ਪ੍ਰੈਜ਼ੈਂਟ ਹੁੰਦਾ ਹੈ। ਹਾਈਲਮ ਇਜ਼ ਅ ਸਕਾਰ on the seed coat through which the developing seed were attached to the fruit। ਹੁਣ ਇਹ ਕੀ ਹੈ ਕਿ ਇੱਕ ਸਕਾਰ ਹੈ ਜਿਹਦੇ ਥਰੂ ਜਿਹੜਾ ਡਿਵੈਲਪਿੰਗ ਸੀਡ ਸੀਗਾ ਉਹ ਪਲਾਂਟ ਨਾਲ ਅਟੈਚ ਸੀਗਾ, ਫਰੂਟ ਨਾਲ ਅਟੈਚ ਸੀਗਾ। ਠੀਕ ਹੈ। ਫਿਰ ਉਸ ਤੋਂ ਬਾਅਦ ਆ ਜਾਂਦੇ ਕਿ above the hilum is a small pore called micropyle। ਇੱਕ ਛੋਟਾ ਜਿਹਾ ਪੋਰ ਹੁੰਦਾ ਹਾਈਲਮ ਦੇ ਉੱਤੇ। ਫਿਰ ਉਸ ਤੋਂ ਬਾਅਦ ਕੀ ਹੁੰਦਾ ਕਿ within the seed coat is the embryo। ਐਮਬ੍ਰੀਓ ਹੁੰਦੇ ਸੀਡ ਕੋਟ ਦੇ ਅੰਦਰ, ਤੇ ਐਮਬ੍ਰੀਓ ਦੇ ਕੀ ਪਾਰਟਸ ਹੁੰਦੇ ਨੇ, ਐਮਬ੍ਰੀਓਨਲ ਐਕਸਿਸ ਤੇ ਦੋ ਕੋਟਿਲਿਡਨਸ। ਦੋ ਕਿਉਂ? ਕਿਉਂਕਿ ਆਪਾਂ ਇੱਕ ਡਾਇਕੋਟਿਲਿਡਨਸ ਸੀਡ ਦਾ ਸਟਰਕਚਰ ਦੇਖ ਰਹੇ ਹਾਂ। ਹੁਣ ਆਂਦੇ ਜਿਹੜਾ ਕੋਟਿਲਿਡਨ ਹੁੰਦਾ ਮੋਸਟ ਆਫਨ ਜਾਂ ਤਾਂ ਫਲੈਸ਼ੀ ਹੋਏਗਾ ਤੇ ਫੁੱਲ ਆਫ ਰਿਜ਼ਰਵਸ ਆਫ ਫੂਡ ਮਟੀਰੀਅਲ ਹੁੰਦਾ। ਫਲੈਸ਼ੀ ਤੇ ਫੁੱਲ ਆਫ ਰਿਜ਼ਰਵ ਕਿਉਂ ਹੁੰਦੇ? ਕਿਉਂਕਿ ਜਿਹੜਾ ਸੀਡ ਹੈ ਇਨੀਸ਼ੀਅਲ ਜਦੋਂ ਪਲਾਂਟ ਦੀ ਗਰੋਥ ਹੁੰਦੀ ਹੈ, ਸੀਡ ਦੀ ਜਰਮੀਨੇਸ਼ਨ ਹੁੰਦੀ ਹੈ, ਤੇ ਉਸ ਟਾਈਮ ਤੇ ਜਿੰਨੀ ਵੀ ਫੂਡ ਰਿਕੁਆਇਰਮੈਂਟ ਹੈ, એનર્ਜੀ ਰਿਕੁਆਇਰਮੈਂਟ ਹੁੰਦੀ ਹੈ, ਉਹ ਸੀਡ ਦੇ ਥਰੂ ਹੀ ਆਉਂਦੀ ਹੈ। ਕਿਉਂਕਿ ਉਦੋਂ ਤੱਕ ਅਜੇ ਤੱਕ अपने photosynthesis का process start नहीं हुआ। At the two ends of the embryonal axis are present in the radicle and the plumule। embryonal axis ਦੇ end ਤੇ ਕੀ present ਹੈ? ਕੀ ਬੋਲਿਆ ਗਿਆ ਪਹਿਲਾਂ? ਦੇਖੋ ਆਪਾਂ ਨੇ embryonal axis ਤੇ ਦੋ ਕੋਟਿਲਿਡਨਸ ਬੋਲਿਆ ਸੀ, ਪਰ ਜਿਹੜਾ ਉਹ embryonal axis ਹੈ ਉਹਦੇ ਦੋ ਐਂਡਸ ਤੇ ਕੀ present ਹੈ? radicle and plumule। In some seeds such as castor, ਜਿਵੇਂ castor ਦੀ ਐਗਜ਼ਾਮਪਲ ਲਿੱਤੀ ਗਈ ਹੈ ਕਿ ਉਹਦੇ ਨਾਲ ਜਿਹੜਾ ਐਂਡੋਸਪਰਮ ਬਣਦਾ ਉਹ ਡਬਲ ਫਰਟੀਲਾਈਜੇਸ਼ਨ ਨਾਲ ਬਣਦਾ। ਇਜ਼ ਅ ਫੂਡ ਸਟੋਰਿੰਗ ਟਿਸ਼ੂ ਐਂਡ ਇਜ਼ ਕਾਲਡ ਐਂਡੋਸਪਰਮਿਕ ਸੀਡਸ। ਜਿਹੜਾ ਕੈਸਟਰ ਹੈ ਉਹਦੇ ਨਾਲ ਐਂਡੋਸਪਰਮ ਹੁੰਦੇ ਤੇ ਉਹਨੂੰ ਕੀ ਬੋਲਦੇ? ਐਂਡੋਸਪਰਮਿਕ ਸੀਡਸ। ਐਂਡੋਸਪਰਮ ਕਿਵੇਂ ਬਣਦਾ? ਡਬਲ ਫਰਟੀਲਾਈਜੇਸ਼ਨ ਨਾਲ। ਕਿਵੇਂ ਹੁੰਦਾ ਕਿ ਜਦੋਂ ਇਹਦਾ ਓਵਰੀ ਹੁੰਦਾ, ਓਵਰੀ ਦੇ ਅੰਦਰ ਇੱਕ ਟਿਪੀਕਲ ਸਟਰਕਚਰ ਹੁੰਦਾ ਉਹਦਾ 7 ਸੈਲਡ ਤੇ 8 ਨਿਊਕਲੀਆਈ ਦਾ। ਠੀਕ ਹੈ। ਤੇ ਉਹਨਾਂ ਦੇ ਅੰਦਰ ਜਿਹੜਾ ਐਗ ਸੈਲ ਹੁੰਦਾ ਉਹ ਮੇਲ ਜਰਮੀਨਲ ਸੈਲ ਨਾਲ ਬਣਾਉਂਦੇ ਜ਼ਾਈਗੋਟ। ਤੇ ਉਸ ਤੋਂ ਬਾਅਦ ਜਿਹੜਾ ਪੋਲਰ ਨਿਊਕਲੀਆਈ ਹੁੰਦੇ ਨੇ, ਪੋਲਰ ਨਿਊਕਲੀਆਈ ਪਲਸ ਵੈਜੀਟੇਟਿਵ ਸੈਲ ਜਿਹੜਾ ਹੁੰਦਾ, ਠੀਕ ਹੈ, ਉਹ ਬਣਾਉਂਦੇ ਪ੍ਰਾਇਮਰੀ ਐਂਡੋਸਪਰਮ ਨਿਊਕਲੀਅਸ। ਇਹ ਟ੍ਰਿਪਲੋਇਡ ਹੁੰਦਾ, ਉਹ ਜਾ ਕੇ ਬਣਾਏਗਾ ਅੱਗੇ ਐਂਡੋਸਪਰਮ, ਤੇ ਜ਼ਾਈਗੋਟ ਅੱਗੇ ਜਾ ਕੇ ਬਣਾਏਗਾ ਐਮਬ੍ਰੀਓ। ਠੀਕ ਹੈ। ਐਵੇਂ ਤਾਂ ਬਣਦਾ ਐਂਡੋਸਪਰਮ। ਹੁਣ ਉਸ ਤੋਂ ਬਾਅਦ ਕੁਝ ਪਲਾਂਟਸ ਹੁੰਦੇ ਨੇ ਜਿਵੇਂ ਕਿ ਬੀਨਸ, ਗ੍ਰਾਮ ਤੇ ਪੀ। ਉਹਨਾਂ ਜਿਹੜਾ ਐਂਡੋਸਪਰਮ ਹੁੰਦਾ ਪ੍ਰੈਜ਼ੈਂਟ ਹੀ ਹੁੰਦਾ ਮੈਚੁਰ ਸੀਡ ਦੇ ਅੰਦਰ।
ਤਾਂ ਕਰਕੇ ਉਹਨਾਂ ਸੀਡਸ ਨੂੰ ਕੀ ਬੋਲਦੇ ਆ, ਨॉन एंडोस्पर्मस। ਜਿਹੜਾ एंडोस्पर्म है नॉट प्रेजेंट इन मैच्योर सीड्स। ਹੁਣ ਉਸ ਤੋਂ ਬਾਅਦ ਆਉਂਦਾ ਕਿ ਸਟਰਕਚਰ ਆਫ ਮੋਨੋਕੋਟਿਲਿਡਨ ਸੀਡਸ, ਕੋਟਿਲਿਡਨਸ। ਉਸ ਤੋਂ ਪਹਿਲਾਂ ਇੱਕ ਡਾਇਗਰਾਮ ਦੇਖਦੇ ਹਾਂ। ਇਹਦੇ ਅੰਦਰ ਜਿਵੇਂ ਇੱਕ ਕੋਟਿਲਿਡਨ ਹੈ, ਦੂਜਾ ਕੋਟਿਲਿਡਨ ਹੈ, ਤੇ ਉਸ ਤੋਂ ਬਾਅਦ ਸਭ ਤੋਂ ਬਾਹਰ ਸੀਡ ਕੋਟ ਹੁੰਦਾ ਹੈ। ਸੀਡ ਕੋਟ ਦੇ ਉੱਪਰ ਆਪਾਂ ਨੂੰ ਪੜ੍ਹੇ ਸੀ ਇੱਕ ਹਾਈਲਮ ਹੁੰਦਾ, ਜਿਹੜਾ ਸਕਾਰ ਹੁੰਦਾ, ਜਿਹਦੇ ਥਰੂ ਉਹ ਫਰੂਟ ਨਾਲ ਅਟੈਚਡ ਹੁੰਦਾ ਹੈ। ਤੇ ਹਾਈਲਮ ਦੇ ਉੱਪਰ ਇਹ ਵੀ ਹੁਣ ਐਵੇਂ ਜਿਵੇਂ ਆਪਾਂ ਨੇ ਉੱਪਰ ਪੜ੍ਹੇ ਹੁੰਦੇ ਕਿ ਚਲਾਜ਼ਲ ਐਂਡ ਮਾਈਕਰੋਪਾਈਲਰ ਐਂਡਸ ਹੁੰਦੇ ਨੇ ਓਵਰੀ ਦੇ ਅੰਦਰ, ਤੇ ਉਹਦੇ ਬੇਸਿਸ ਤੇ ਜਿਹੜਾ ਮਾਈਕਰੋਪਾਈਲਰ is said to be above hilum rather than below hilum। ਇੱਕ ਕਨਵੈਨਸ਼ਨਲ ਡਿਸਾਈਡਡ ਹੁੰਦੀਆਂ ਨੇ ਡਾਇਰੈਕਸ਼ਨਸ, ਉਹਦੇ ਬੇਸਿਸ ਤੇ ਹੈ। ਹੁਣ ਦੂਜੇ ਡਾਇਗਰਾਮ ਦੇ ਅੰਦਰ ਵੀ ਇੱਕ ਕੋਟਿਲਿਡਨ, ਤੀਜਾ ਕੋਟਿਲਿਡਨ, ਫਿਰ ਇੱਕ ਐਮਬ੍ਰੀਓਨਲ ਐਕਸਿਸ ਹੈ, ਉਹਦੇ ਲੋਅਰ ਐਂਡ ਤੇ ਰੈਡੀਕਲ ਹੈ ਤੇ ਅਪਰ ਐਂਡ ਤੇ ਪਲੋਮਿਊਲ ਹੈ। ਹੁਣ ਆਉਂਦਾ ਸਟਰਕਚਰ ਆਫ ਮੋਨੋਕੋਟਿਲਿਡਨਸ ਸੀਡ। Generally, monocotyledonous seeds are endospermic, but as in orchids, are non-endospermic। ਮੋਨੋਕੋਟਿਲਿਡਨਸ ਸੀਡਸ ਦੇ ਅੰਦਰ ਵੀ ਐਂਡੋਸਪਰਮ ਪ੍ਰੈਜ਼ੈਂਟ ਹੁੰਦਾ ਹੈ, ਬਟ ਜਿਵੇਂ ਕਿ ਆਰਕਿਡਸ ਹੋ ਗਏ ਉਹ ਵੀ ਨਾਨ ਐਂਡੋਸਪਰਮਿਕ ਹੁੰਦੇ ਆ। ਫਿਰ ਉਸ ਤੋਂ ਬਾਅਦ ਆਉਂਦਾ ਕਿ ਕੁਝ ਸੀਡਸ ਕਿ ਜਿਵੇਂ ਸੀਰੀਅਲਸ ਹੋ ਗਏ ਸਚ ਐਸ ਮੇਜ਼, ਹੈ ਨਾ, ਉਹਨਾਂ ਦੇ ਅੰਦਰ ਕੀ ਹੁੰਦਾ ਕਿ ਜਿਹੜਾ ਸੀਡ ਕੋਟ ਹੁੰਦਾ ਨਾ, ਇਟ ਇਜ਼ ਮੈਂਬਰੇਨਸ ਐਂਡ ਜਨਰਲੀ ਫਿਊਜ਼ਡ ਵਿਦ ਦ ਫਰੂਟ ਵਾਲ। ਕੀ ਹੁੰਦਾ ਇਹਦੇ ਅੰਦਰ ਕਿ ਜਿਹੜਾ ਸੀਡ ਕੋਟ ਹੈ ਉਹ ਮੈਂਬਰੇਨਸ ਹੈ ਤੇ ਫਰੂਟ ਵਾਲ ਨਾਲ ਫਿਊਜ਼ਡ ਹੋਏਗਾ। ਹੁਣ ਜਿਹੜਾ ਐਂਡੋਸਪਰਮ ਹੁੰਦਾ ਬਲਕੀ ਹੁੰਦਾ ਤੇ ਫੂਡ ਸਟੋਰੇਜ ਲਈ ਯੂਜ਼ ਕੰਮ ਕਰਦਾ ਹੈ, ਜਿੰਨੇ ਵੀ ਨਿਊਟ੍ਰੀਸ਼ਨ ਸੀਡ ਨੂੰ ਪ੍ਰੋਵਾਈਡ ਕਰਨੀ ਉਹਦੀ ਜਰਮੀਨੇਸ਼ਨ ਲਈ। ਹੁਣ ਕੀ ਹੋਇਆ ਕਿ ਜਿਹੜਾ ਆਊਟਰ ਕਵਰਿੰਗ ਹੈ ਐਂਡੋਸਪਰਮ ਦੀ, ਉਹ ਸੈਪਰੇਟ ਕਰਤੇ ਐਮਬ੍ਰਿਓ ਨੂੰ ਬਾय ਅ ਪ੍ਰੋਟੀਨੇਸ਼ੀਅਸ ਲੇਅਰ ਕਾਲਡ ਐਲੂਰੋਨ ਲੇਅਰ। ਕੀ ਬੋਲਿਆ ਗਿਆ, ਇਹ ਜਿਹੜੀ ਆਊਟਰ ਕਵਰਿੰਗ ਆਫ ਐਂਡੋਸਪਰਮ ਹੈ, ਸਭ ਤੋਂ ਬਾਹਰ ਜਿਹੜੀ ਸੀਡ ਦੀ ਕਵਰਿੰਗ ਹੈ ਉਹਨੂੰ ਕੀ ਕਹਿੰਦੇ ਨੇ, ਸੀਡ ਕੋਟ। ਉਹਦੇ ਅੰਦਰ ਐਮਬ੍ਰਿਓ ਹੈ, ਠੀਕ ਹੈ। ਉਸ ਤੋਂ ਇਲਾਵਾ ਹੁਣ ਕੁਝ ਸੀਡਸ ਦੇ ਅੰਦਰ ਕੀ ਹੁੰਦਾ, ਐਂਡੋਸਪਰਮ। ਹੁਣ ਐਂਡੋਸਪਰਮ ਦੀ ਆਊਟਰਮੋਸਟ ਜਿਹੜੀ ਲੇਅਰ ਹੈ ਉਹਨੇ ਇੱਕ ਸੈਪਰੇਟ ਕਰਦੀ ਹੈ ਐਮਬ੍ਰਿਓ ਨੂੰ, ਕਿੱਥੋਂ, ਇੱਕ ਪ੍ਰੋਟੀਨੇਸ਼ੀਅਸ ਲੇਅਰ ਤੋਂ, ਜਿਹੜੀ ਹੈ ਐਲੂਰੋਨ ਲੇਅਰ। ਦ ਐਮਬ੍ਰਿਓ ਇਜ਼ ਸਮਾਲ ਸਿਚੁਏਟਡ ਇਨ ਅ ਗਰੂਵ ਐਟ ਵਨ ਐਂਡ ਆਫ ਦ ਐਂਡੋਸਪਰਮ, ਠੀਕ ਹੈ। ਹੁਣ ਇੱਕ ਬਾਰ ਪਹਿਲਾਂ ਡਾਇਗਰਾਮ ਦੇਖਦੇ ਉਸ ਤੋਂ ਬਾਅਦ ਪੂਰਾ ਸਮਝਦੇ ਹਾਂ ਤਾਂ ਕਿ ਜ਼ਿਆਦਾ ਅੱਛੀ ਤਰ੍ਹਾਂ ਸਮਝ ਆਏ। ਹੁਣ ਸਟਰਕਚਰ ਆਫ ਮੋਨੋਕੋਟਿਲਿਡਨਸ ਸੀਡ, ਪਹਿਲੀ ਡਾਇਗਰਾਮ ਆਪਾਂ ਦੇਖਦੇ ਹਾਂ। ਇੱਕ ਤਾਂ ਸੈਂਟਰ ਦੇ ਅੰਦਰ ਐਮਬ੍ਰਿਓ ਹੈ, ਠੀਕ ਹੈ। ਉਸ ਤੋਂ ਬਾਅਦ ਉਸਦੇ ਬਾਹਰ ਐਂਡੋਸਪਰਮ ਹੈ, ਫਿਰ ਇੱਕ ਕਵਰਿੰਗ ਦਿਖਾਈ ਗਈ ਹੈ। ਉਸ ਤੋਂ ਬਾਅਦ ਇੱਕ ਹੋਰ ਕਵਰਿੰਗ ਹੈ, ਜਿਹੜਾ ਸਭ ਤੋਂ ਬਾਹਰ ਹੈ ਸੀਡ ਕੋਟ, ਵਿੱਚ ਕੀ ਹੁੰਦਾ, ਐਲੂਰੋਨ ਲੇਅਰ। ਹੁਣ ਆਉਂਦੇ ਦੂਜੇ ਡਾਇਗਰਾਮ ਤੇ, ਜਿਵੇਂ ਆਪਾਂ ਹੁਣ ਦੇਖ ਸਕਦੇ ਹਾਂ, ਸਭ ਤੋਂ ਬਾਹਰ ਹੈ ਸੀਡ ਕੋਟ ਐਂਡ ਫਰੂਟ ਵਾਲ। ਹੁਣ ਜਿਵੇਂ ਸੀਡ ਕੋਟ ਐਂਡ ਫਰੂਟ ਵਾਲ ਕਿਹਦੇ ਅੰਦਰ ਫਿਊਜ਼ ਸੀਗੇ, ਕੁਝ ਸੀਰੀਅਲਸ ਦੇ ਅੰਦਰ, ਜਿਵੇਂ ਕਿ ਮੇਜ਼, ਕਿ ਸੀਡ ਕੋਟ ਇਜ਼ ਮੈਂਬਰੇਨਸ ਐਂਡ ਜਨਰਲੀ ਫਿਊਜ਼ਡ ਵਿਦ ਦ ਫਰੂਟ ਵਾਲ। ਤਾਂ ਉਰੇ ਵੀ ਕੀ ਦਿਖਾਇਆ ਗਿਆ ਕਿ ਸੀਡ ਕੋਟ ਤੇ ਫਰੂਟ ਵਾਲ ਫਿਊਜ਼ਡ ਹੈ। ਫਿਰ ਉਸ ਤੋਂ ਬਾਅਦ ਅੰਦਰ ਇੱਕ ਲੇਅਰ ਹੈ ਜਿਹੜੀ ਹੈ ਐਲੂਰੋਨ ਲੇਅਰ। ਐਲੂਰੋਨ ਲੇਅਰ ਕਹਿੰਦੇ ਪ੍ਰੋਟੀਨੇਸ਼ੀਅਸ ਲੇਅਰ ਹੁੰਦੀ ਹੈ। ਉਸ ਤੋਂ ਬਾਅਦ ਅੰਦਰ ਆਉਂਦਾ ਐਂਡੋਸਪਰਮ। ਐਂਡੋਸਪਰਮ ਦੀ ਜਿਹੜੀ ਆਊਟਰਮੋਸਟ ਕਵਰਿੰਗ ਹੈ ਉਹ ਸੈਪਰੇਟ ਕਰਦੀ ਹੈ ਐਮਬ੍ਰਿਓ ਨੂੰ ਐਲੂਰੋਨ ਲੇਅਰ ਤੋਂ। ਹੁਣ ਉਰੇ ਕੀ ਆਉਂਦਾ, ਆਹ ਆਪਾਂ ਨੂੰ ਦਿਖ ਸਕਦਾ ਐਮਬ੍ਰਿਓਨਲ ਐਕਸਿਸ ਹੈ। ਐਮਬ੍ਰਿਓਨਲ ਐਕਸਿਸ ਤੇ ਪਲੋਮਿਊਲ ਤੇ ਰੈਡੀਕਲ ਹੈ। ਹੁਣ ਬਚੇ ਹੋਏ ਕੋਲਿਓਰਾਈਜ਼ਾ, ਕੋਲਿਪਟਾਈਲ ਤੇ ਸਕ੍ਰੋਟਲਮ ਵੀ ਆਪਾਂ ਹੁਣੇ ਪੜ੍ਹਦੇ ਹਾਂ। And it consists of one large and shield-shaped cotyledon known as scutellum। ਤਾਂ ਮਤਲਬ ਇਹ ਚੀਜ਼ ਕੀ ਹੈ, ਜਿਹੜਾ scutellum ਲੇਬਲ ਕੀਤਾ ਗਿਆ, ਇਹ ਪੂਰਾ ਇੱਕ ਕੋਟਿਲਿਡਨ ਹੈ, ਮੋਨੋਕੋਟਿਲਿਡਨਸ ਸੀਡ ਦਾ, ਠੀਕ ਹੈ। ਉਸ ਤੋਂ ਬਾਅਦ ਆਉਂਦਾ ਇੱਕ ਸ਼ਾਰਟ ਐਕਸਿਸ ਪ੍ਰੈਜ਼ੈਂਟ ਹੁੰਦਾ rather than ਇੱਕ ਲੌਂਗ ਐਕਸਿਸ ਵਿਦ ਪਲੋਮਿਊਲ ਐਂਡ ਰੈਡੀਕਲ। ਉਸ ਤੋਂ ਬਾਅਦ ਜਿਹੜਾ ਪਲੋਮਿਊਲ ਐਂਡ ਰੈਡੀਕਲ ਦੋਨੋਂ ਇੱਕ ਸ਼ੀਟਸ ਦੇ ਅੰਦਰ ਇਨਕਲੋਜ਼ਡ ਹੁੰਦੇ ਨੇ, ਜਿਵੇਂ ਕਿ ਜਿਹੜਾ ਪਲੋਮਿਊਲ ਹੈ ਉਹ ਇਨਕਲੋਜ਼ਡ ਹੁੰਦਾ ਕੋਲਿਪਟਾਈਲ ਦੇ ਅੰਦਰ, ਤੇ ਜਿਹੜਾ ਰੈਡੀਕਲ ਹੈ ਉਹ ਇਨਕਲੋਜ਼ਡ ਹੁੰਦਾ ਕੋਲਿਰਾਈਜ਼ਾ ਦੇ ਅੰਦਰ। ਹੁਣ ਆਪਾਂ ਇਹ ਡਾਇਗਰਾਮ ਦੇ ਅੰਦਰ ਦੇਖ ਸਕਦੇ ਹਾਂ ਕਿ ਪਲੋਮਿਊਲ ਤੇ ਰੈਡੀਕਲਸ ਤਾਂ ਹੋ ਰਹੇ ਹਨ, ਬਟ ਬਾਹਰ ਇੱਕ ਸ਼ੀਟ ਹੈ ਜਿਹੜੀ ਹੈ ਕੋਲਿਰਾਈਜ਼ਾ, ਤੇ ਉੱਤੇ ਪਲੋਮਿਊਲ ਦੇ ਉੱਤੇ ਹੈ ਸ਼ੀਟ ਇੱਕ ਕੋਲਿਪਟਾਈਲ, ਠੀਕ ਹੈ। ਹੁਣ ਅੱਗੇ ਆਪਾਂ ਚੱਲਦੇ ਹਾਂ ਬਾਕੀ ਚੀਜ਼ਾਂ ਦੇਖਣ ਲਈ। ਹੁਣ ਇੱਕ ਮੌਕ ਟੈਸਟ ਦੇ ਅੰਦਰ ਕੁਝ ਕੁਐਸਚਨਸ ਪੁੱਛੇ ਜਾਂਦੇ ਆ, ਤੇ ਉਹਦੇ ਅੰਦਰ ਇੱਕ ਇਹ ਵੀ ਸੀਗਾ ਕਿ ਸਕੋਟੈਲਮ ਜਿਹੜਾ ਹੈ ਉਹਦੇ ਲਈ ਕੀ ਬੋਲਿਆ ਗਿਆ ਸੀ ਕਿ ਦ ਇਕੁਇਵਲੈਂਸ ਆਫ ਅ ਥਿਨ ਕੋਟਿਲਿਡਨ ਇਨ ਮੋਨੋਕੋਟਸ ਇਜ਼ ਸਕੋਟੈਲਮ, ਠੀਕ ਹੈ। ਹੁਣ ਉਸ ਤੋਂ ਇਲਾਵਾ ਐਂਡੋਸਪਰਮ ਤੇ ਨਾਨ ਐਂਡੋਸਪਰਮਸ ਸੀਡਸ ਦੇ ਐਗਜ਼ਾਮਪਲਸ ਵਾਪਸ ਦੇਖਦੇ ਆ ਇੱਕ ਵਾਰ। ਜਿਹੜਾ ਐਂਡੋਸਪਰਮਿਕ ਸੀਡ ਹੁੰਦਾ ਉਹਦੀ ਐਗਜ਼ਾਮਪਲਸ ਕੀ ਕੁਝ ਤਾਂ ਉਹਦੇ ਦਿੱਤੀਆਂ ਹੀ ਹੋਈਆਂ ਨੇ, ਜਿਵੇਂ ਕਿ ਕੈਸਟਰ। ਉਸ ਤੋਂ ਇਲਾਵਾ ਹੋਰ ਕੀ ਐਗਜ਼ਾਮਪਲਸ ਹੈ ਐਂਡੋਸਪਰਮਿਕ ਸੀਡਸ ਦੀਆਂ। ਐਂਡੋਸਪਰਮਿਕ ਸੀਡ ਦੇ ਅੰਦਰ ਆਏਗਾ ਵੀਟ, ਮੇਜ਼,
wheat, maize, castor। उन्होंने कंफ्यूज नहीं होना कि मेज तो मोनोकोटिलेडन है बट कैस्टर तो डाइकॉट है। एंडोस्पर्म मोनोकॉट डाइकॉट दोनों सीड्स के अंदर हो सकते हैं ना, और यहाँ पे इन जनरल एंडोस्पर्मिक सीड्स के एग्जांपल्स देख रहे हैं। फिर कोकोनट, बार्ले, फिर कॉटन, फिर कुछ फैमिलीज आ जाती हैं जिनमें कि सोलेनेसी ते लिलिएसी। फिर नॉन एंडोस्पर्मस के अंदर की आनी है फेबेसी, मतलब ਜਿਹਦੇ ਅੰਦਰ ਪੀ ਆਂਦਾ, और यहाँ पे लिखे पी। फिर उसके बाद आंदा ऑर्किड्स, फिर आंदा ब्रासिकेसी। इसके बाद अगे चलते हैं, अगे अपने को आ जाते हैं कि सेमी टेक्निकल डिस्क्रिप्शन ऑफ अ टिपिकल फ्लावरिंग प्लांट की होती है। Various morphological features are used to describe a flowering plant। बहुत सारी morphological features ਹੁੰਦੀਆਂ ਨੇ। The description has to be brief in a simple and scientific language। ਹੁਣ ਕੀ ਹੁੰਦਾ ਕਿ ਜਦ ਬਹੁਤ ਸਾਰੀ ਆਪਾਂ ਨੇ ਹੁਣ ਪੂਰਾ ਚੈਪਟਰ ਕਵਰ ਕੀਤਾ ਤੇ ਉਹਦੇ ਅੰਦਰ ਆਪਾਂ ਨੇ ਦੇਖਿਆ ਕਿ ਕਿੰਨੀ ਸਾਰੀਆਂ ਮਾਰਫੋਲੋਜੀਕਲ ਫੀਚਰਸ ਹੈ ਇੱਕ ਪਲਾਂਟ ਦੇ ਅੰਦਰ। ਹਰ ਇੱਕ ਪਾਰਟ ਦੀ ਆਪਣੀ ਅਲੱਗ ਫੀਚਰਸ ਹੁੰਦੀਆਂ ਨੇ, ਅਲੱਗ ਅਡੈਪਟੇਸ਼ਨਸ ਹੁੰਦੀਆਂ ਤੇ ਅਲੱਗ ਓਰੀਐਂਟੇਸ਼ਨ ਤੇ ਅਰੇਂਜਮੈਂਟ ਹੈ। ਇਹਨਾਂ ਸਭ ਫੀਚਰਸ ਦੇ ਬੇਸਿਸ ਤੇ ਹੀ ਪਲਾਂਟ ਡਾਇਵਰਸਿਟੀ ਡਿਫਾਈਨ ਕਰਦੇ ਆ ਤੇ ਉਹਨਾਂ ਦੀ ਕਲਾਸੀਫਿਕੇਸ਼ਨ ਹੁੰਦੀ ਹੈ। ਪਰ ਸਿੰਸ ਆਪਾਂ ਨੂੰ ਅਗਰ ਕਦੇ ਡਿਫਾਈਨ ਕਰਨਾ ਜਾਂ ਨੇਮ ਕਰਨਾ ਤਾਂ ਆਬਵੀਅਸਲੀ ਇੱਕ ਸ਼ਾਰਟ ਸਾਇੰਟਿਫਿਕ ਵੇ ਯੂਜ਼ ਹੁੰਦਾ ਹੈ ਇਹਨਾਂ ਸਭ ਦੀ ਡਿਸਕ੍ਰਿਪਸ਼ਨ ਲਈ। ਤਾਂ ਹੁਣ ਉਹਦੇ ਲਈ ਵੀ ਕੁਝ ਟੈਕਨੀਕਲ ਡਿਸਕ੍ਰਿਪਸ਼ਨ ਹੁੰਦੀ ਹੈ ਪਲਾਂਟ ਦੀ, ਉਹਨੂੰ ਡਿਸਕ੍ਰਾਈਬ ਕਰਨ ਲਈ ਨਾ ਪ੍ਰੋਪਰ ਸੀਕੁਐਂਸ। ਹੁਣ ਜਿਹੜਾ ਪਲਾਂਟ ਡਿਸਕ੍ਰਾਈਬ ਹੁੰਦਾ ਇੱਕ ਬਿਗਿਨਸ ਫਰਮ ਕਿ ਉਹਦਾ ਹੈਬਿਟੇਟ ਕੀ ਹੈ, ਉਹਦੇ ਵੈਜੀਟੇਟਿਵ ਕੈਰੈਕਟਰਸ ਕੀ ਹੈ, ਜਿਵੇਂ ਕਿ ਰੂਟ, ਸਟੈਮ ਤੇ ਲੀਵਸ, ਐਂਡ ਦੈਨ ਫਲੋਰਲ ਕੈਰੈਕਟਰਸ ਦੇ ਅੰਦਰ ਕੀ ਆਉਂਦਾ, ਇਨਫਲੋਰੈਸੈਂਸ ਤੇ ਫਲੋਰਲ ਪਾਰਟਸ। After describing the various parts of the plant, a floral diagram and floral formula। डायग्राम भी बनता है तो एक फॉर्मूला भी लिख सकते हैं आप उधर डिस्क्राइब ਕਰਨ ਲਈ। The floral formula is represented by some symbols। ਉਹਨਾਂ ਸਿੰਬਲਸ ਦੇਖਦਾ ਕੀ ਹੈ ਤੇ ਉਹਨਾਂ ਦਾ ਮਤਲਬ ਕੀ ਰਹਿੰਦਾ ਹੈ। ਜਿਵੇਂ ਕਿ ਬੀ ਆਰ मतलब for bracteate, ਤੇ ਅਗਰ E bracteate है तो ਕੀ ਆਏਗਾ E B R। फिर उसके बाद आंदा K stands for calyx, C for corolla, P for perianth। perianth अपन पढ़े से जो calyx ਤੇ corolla ਇੱਕ ਇਕੱਠੇ ਪ੍ਰੈਜ਼ੈਂਟ ਹੁੰਦੇ ਨੇ, ਫਿਊਜ਼ਡ ਪ੍ਰੈਜ਼ੈਂਟ ਹੁੰਦੇ ਨੇ ਤਾਂ ਪੈਰੀਐਂਥ ਬੋਲਦੇ ਨੇ। A for endometrium, G for gynoecium। ਹੁਣ ਉਸ ਤੋਂ ਬਾਅਦ ਆਪਾਂ ਨੇ ਕੁਝ ਡਿਫਾਈਨ ਕੀਤਾ ਸੁਪੀਰੀਅਰ ਓਵਰੀ, ਇਨਫੀਰੀਅਰ ਓਵਰੀ ਤੇ ਹਾਫ ਇਨਫੀਰੀਅਰ ਤੇ ਹਾਫ ਸੁਪੀਰੀਅਰ। ਹਾਫ ਇਨਫੀਰੀਅਰ ਤੇ ਹਾਫ ਸੁਪੀਰੀਅਰ ਸੇਮ ਹੁੰਦੀਆਂ ਨੇ। ਅਗਰ ਓਵਰੀ ਸੁਪੀਰੀਅਰ ਹੈ ਤਾਂ ਮਤਲਬ जी ਨੂੰ ਮੈਂ gynoecium ਨੂੰ ਅੰਡਰਲਾਈਨ ਕਰਨਾ ਹੈ। ਅਗਰ ਓਵਰੀ ਇਨਫੀਰੀਅਰ ਹੈ ਤਾਂ gynoecium ਨੂੰ ਉੱਪਰ ਇੱਕ ਲਾਈਨ ਲਗਾਣੀ ਹੈ। ਤੇ ਅਗਰ ਹਾਫ ਇਨਫੀਰੀਅਰ ਜਾਂ ਹਾਫ ਸੁਪੀਰੀਅਰ ਹੈ तो एक ਐਵੇਂ ਹੌਰੀਜ਼ੌਂਟਲ ਲਾਈਨ ਲੱਗਦੀ ਹੈ। ਉਸ ਤੋਂ ਬਾਅਦ ਹੁਣ ਮੇਲ ਲਈ ਸੇਮ ਸਿੰਬਲ, ਫੀਮੇਲ ਲਈ ਵੀ ਉਹ ਤੇ ਬਾਇਸੈਕਸ਼ੁਅਲ ਲਈ ਆ ਸਿੰਬਲ ਹੈ। ਹੁਣ ਉਸ ਤੋਂ ਬਾਅਦ ਇਹਨਾਂ ਦੀ ਆਪਾਂ ਨੇ ਉਹ ਦੱਸਣੀ ਹੈ ਕਿ ਸਿਮੈਟਰੀ ਕੀ ਹੈ। ਐਵੇਂ ਪਲੱਸ ਵਿਦ ਸਰਕਲ ਸਾਈਨ ਹੁੰਦਾ ਐਕਟੀਨੋਮੋਰਫਿਕ ਲਈ ਤੇ ਪਰਸੈਂਟੇਜ ਉਹਦਾ ਸਾਈਨ ਹੁੰਦਾ ਜ਼ਾਈਗੋਮੋਰਫਿਕ ਲਈ। ਠੀਕ ਹੈ। ਫਿਰ ਉਸ ਤੋਂ ਬਾਅਦ ਆਉਂਦਾ ਕਿ ਫਿਊਜ਼ਨ ਕਿਵੇਂ ਇੰਡੀਕੇਟ ਹੁੰਦਾ। ਫਿਊਜ਼ਨ ਇੰਡੀਕੇਟ ਕਰਨ ਲਈ ਆਪਾਂ ਇੱਕ ਲਾਈਨ ਲਗਾਉਂਦੇ ਹਾਂ ਤੇ ਉਹਦੇ ਥਰੂ ਇੰਡੀਕੇਟ ਕਰਦੇ ਫਿਊਜ਼ਨ। is indicated by enclosing the figure within bracket। ਤੇ ਉਸ ਤੋਂ ਬਾਅਦ adhesion by a line drawn above the symbol of the floral parts। ਠੀਕ ਹੈ। ਹੁਣ ਆਉਂਦਾ ਕਿ floral diagram ਜਿਹੜਾ ਹੈ ਉਹ information provide ਕਰਦੇ about number of parts of plant। कि किन्ने अगर करोला है तो किन्ने करोला है, 5 है या 7 है, इनमें करके। फिर उसके बाद आंदा कि ਜਿਹੜੀ ਇਹਨਾਂ ਦੀ ਅਰੇਂਜਮੈਂਟ ਹੈ ਇਨ ਦਾ ਰਿਲੇਸ਼ਨ ਦੇ ਹੈਵ ਵਿਦ ਵਨ ਅਨਦਰ, ਉਹ ਸਭ ਵੀ ਰਿਪਰੈਜ਼ੈਂਟ ਹੁੰਦਾ ਅਰੇਂਜਮੈਂਟ ਤੇ ਰਿਲੇਸ਼ਨਸ ਦੇ। ਹੁੰਦੇ ਆਂਦੇ ਕਿ ਉਸ ਤੋਂ ਬਾਅਦ ਪੋਜੀਸ਼ਨ ਆਫ ਮਦਰ ਐਕਸਿਸ ਕੀ ਹੈ with respect to flower is represented by a dot on the top of the floral diagram। ਹੁਣ ਇਹ ਇੰਪੋਰਟੈਂਟ ਆ ਜਾਂਦੀ ਕਿ ਮਦਰ ਐਕਸਿਸ ਦਾ ਕੀ ਮਤਲਬ ਹੈ ਤੇ ਕਿਵੇਂ ਰਿਪਰੈਜ਼ੈਂਟ ਹੁੰਦਾ। ਮਦਰ ਐਕਸਿਸ ਹੁੰਦਾ ਕਿ ਆਪਾਂ ਕਿਸ ਡਾਇਰੈਕਸ਼ਨ ਨੂੰ ਤੋਂ ਫਲਾਵਰ ਨੂੰ ਦੇਖ ਰਹੇ ਹਾਂ। ਜਿਵੇਂ ਕਿ ਹੁਣ ਇੱਕ ਡਾਟ ਦਿਖ ਰਿਹਾ ਹੈ, ਇਹ ਦੱਸ ਰਿਹਾ ਕਿ ਮਦਰ ਐਕਸਿਸ ਕਿੱਥੇ ਹੈ, ਕਿ ਆਪਾਂ ਕਿੱਥੋਂ ਇੰਟੀਰੀਅਰ ਪੋਸਟੀਰੀਅਰ ਸਭ ਕੁਝ ਡਿਫਾਈਨ ਕਰ ਰਹੇ ਹਾਂ। ਉਹ ਪਾਰਟ ਨੂੰ ਬੋਲਦੇ हैं ਮਦਰ ਐਕਸਿਸ। ਹੁਣ ਆਪਾਂ ਚੱਲਦੇ ਹਾਂ ਅੱਗੇ। ਅੱਗੇ ਕੀ ਹੈ ਕਿ ਜਿਹੜਾ कैलिक्स है, करोला है, एंडोशियम है,
मैं सक्सेसिव वर्ल्स ਦੇ ਅੰਦਰ ਬਣਦਾ from outside to inside, ਸਭ ਤੋਂ ਬਾਹਰ ਕੈਲਿਕਸ ਹੋਏਗਾ, ਫਿਰ ਅੰਦਰ ਕਰੋਲਾ, ਫਿਰ ਐਂਡੋਸ਼ੀਅਮ, ਫਿਰ ਗਾਇਨੋਸ਼ੀਅਮ। ਠੀਕ ਹੈ, ਫਿਰ ਉਸ ਤੋਂ ਬਾਅਦ ਆਉਂਦਾ ਹੈ ਕੈਲਿਕਸ ਬਿੰਗ ਦਾ ਆਊਟਰਮੋਸਟ, ਜਿਵੇਂ ਉਹਦੇ ਬੋਲਿਆ ਹੀ ਗਿਆ, ਫਿਰ ਉਸ ਤੋਂ ਜਿਹੜਾ ਗਾਇਨੋਸ਼ੀਅਮ ਹੈ ਉਹ ਸੈਂਟਰ ਦੇ ਅੰਦਰ ਹੋਏਗਾ। ਹੁਣ ਜਿਹੜਾ ਫਲੋਰਲ ਫਾਰਮੂਲਾ ਹੈ ਉਹ ਵੀ ਕੋਹੈਸ਼ਨ ਤੇ ਐਡਹੈਸ਼ਨ ਦਿਖਾ ਸਕਦਾ ਕਿਵੇਂ ਕਿ ਵਿਦਿਨ ਦੀ ਵਰਲਸ ਐਵੇਂ ਬ੍ਰੈਕਟਸ ਵਗੈਰਾ ਨਾ ਇਨਕਲੋਜ਼ ਕਰਕੇ। ਹੁਣ ਉਰੇ ਬੋਲਿਆ ਗਿਆ ਕਿ ਫਿਗਰ 5.16 ਦੇ ਅੰਦਰ ਮਸਟਰਡ ਪਲਾਂਟ ਜਿਹਦੀ ਫੈਮਿਲੀ ਬ੍ਰਾਸਿਕੇਸੀ ਉਹਦਾ ਫਲੋਰਲ ਫਾਰਮੂਲਾ ਡਾਇਗਰਾਮ ਹੈ, ਜਿਹੜੇ ਇਹਨੂੰ ਆਪਾਂ ਰੈਫਰੈਂਸ ਯੂਜ਼ ਕਰ ਰਹੇ ਸੀ। ਮਤਲਬ ਅਗਰ ਡਾਇਗਰਾਮ ਐਗਜ਼ਾਮ ਦੇ ਅੰਦਰ ਆਉਂਦੀ ਹੈ ਤੇ ਪੁੱਛਿਆ ਗਿਆ ਕਿ ਆਹ ਕਿਹਦਾ ਫਲੋਰਲ ਫਾਰਮੂਲਾ, ਜਾਂ ਫਿਰ ਪੁੱਛਿਆ ਗਿਆ ਬ੍ਰਾਸਿਕੇਸੀ ਦਾ ਫਲੋਰਲ ਫਾਰਮੂਲਾ ਕੀ ਹੈ, ਜਾਂ ਮਸਟਰਡ ਦਾ ਫਲੋਰਲ ਫਾਰਮੂਲਾ ਤੇ ਡਾਇਗਰਾਮ ਕੀ ਹੈ, तो उसमें ये वाली डायग्राम आएगी की है मस्टर्ड या फिर ब्रासिकेसी। ठीक है, ਹੁਣ ਆਪਾਂ ਥੋੜਾ ਅੱਗੇ ਚੱਲਦੇ ਹਾਂ ਤੇ ਕੁਝ ਇੰਪੋਰਟੈਂਟ ਪੁਆਇੰਟਸ ਡਿਸਕਸ ਕਰਦੇ ਹਾਂ। ਹੁਣ ਕੀ ਹੈ ਕਿ ਇਸ ਤੋਂ ਬਾਅਦ ਇੱਕ ਸਿਰਫ ਫੈਮਿਲੀ ਸੋਲਿਨੇਸੀ ਉਹ ਡਿਸਕ੍ਰਾਈਬ ਕੀਤੀ ਗਈ ਹੈ, ਬਟ ਐਕਚੁਅਲ ਬਹੁਤ ਸਾਰੀ ਫੈਮਿਲੀਜ਼ ਹੈ ਜਿਹੜੀਆਂ ਇੰਪੋਰਟੈਂਟ ਹੈ, ਉਹਨਾਂ ਸਭ ਤੇ ਕੁਐਸਚਨਸ ਆਉਂਦੇ ਆ, ਤਾਂ ਆਪਾਂ ਉਹਨਾਂ ਸਭ ਨੂੰ ਥੋੜਾ ਥੋੜਾ ਬਰੀਫ ਵਿੱਚ ਡਿਸਕਸ ਕਰਦੇ ਹਾਂ। ਜਿਵੇਂ ਕਿ ਫੈਬੇਸੀ ਹੋ ਗਿਆ, ਸੋਲਿਨੇਸੀ ਹੋ ਗਿਆ, ਉਹ ਤਾਂ ਹੈ ਹੀ, ਫਿਰ ਲਿਲੀਏਸੀ ਹੋ ਗਿਆ, ਤੇ ਇਸ ਤੋਂ ਇਲਾਵਾ ਇੱਕ ਬ੍ਰਾਸਿਕੇਸੀ ਫੈਮਿਲੀ ਹੈ ਉਹ ਵੀ, ਤਾਂ ਆਪਾਂ ਇਹ ਚਾਰ ਫੈਮਿਲੀਜ਼ ਨੂੰ ਡਿਸਕਸ ਕਰਾਂਗੇ। ਹੁਣ ਆਪਾਂ ਬ੍ਰਾਸਿਕੇਸੀ ਦਾ ਆਪਾਂ ਫਲੋਰਲ ਡਾਇਗਰਾਮ ਦਾ ਫਾਰਮੂਲਾ ਤੇ ਦੇਖ ਹੀ ਲਿਆ, ਹੁਣ ਇੱਕ ਵਾਰ ਇਹਨੂੰ ਸਮਝਦੇ ਹਾਂ ਪਹਿਲਾਂ ਕਿ ਹੈ ਕੀ ਚੀਜ਼ ਤੇ ਕਿਵੇਂ ਡਿਫਾਈਨ ਹੁੰਦਾ। ਉਰੇ ਇੱਕ ਵਾਰ ਜਿਵੇਂ ਕਿ ਆਪਾਂ ਨੇ ਦੇਖਿਆ ਸੀ, ਉਰੇ ਓਵਰੀ ਦੀ ਪੋਜੀਸ਼ਨ ਕੀ ਹੈ, ਸੁਪੀਰੀਅਰ, inferior, half inferior। फिर उसके बाद EBR की है, मतलब ब्रैक्टिएट्स एब्सेंट। ਹੁਣ ਉਸ ਤੋਂ ਬਾਅਦ ਆਉਂਦਾ ਸਭ ਤੋਂ ਪਹਿਲਾਂ ਬ੍ਰਾਸਿਕੇਸੀ। ਹੁਣ ਜਿਹੜੀ ਬ੍ਰਾਸਿਕੇਸੀ ਫੈਮਿਲੀ ਹੈ ਉਹਦਾ ਪਲੱਸ ਤੇ ਸਰਕਲ ਦਾ ਕੀ ਮਤਲਬ ਹੋਇਆ, ਉਹਦੇ ਅੰਦਰ ਜਿਹੜੀ ਸਿਮੈਟਰੀ ਹੈ ਇਟ ਇਜ਼ ਐਕਟੀਨੋਮੋਰਫਿਕ, ਮਤਲਬ ਕੋਈ ਵੀ ਰੇਡੀਅਲ ਪਲੇਨ ਉਹਨੂੰ ਦੋ ਆਇਡੈਂਟੀਕਲ ਹਾਫਸ ਦੇ ਅੰਦਰ ਡਿਵਾਈਡ ਕਰ ਸਕਦੀ ਹੈ। ਹੁਣ ਆਪਾਂ ਡਾਇਗਰਾਮਸ ਦੇਖਦੇ ਹਾਂ ਕਿ ਉਹ ਇਲਸਟ੍ਰੇਟ ਹੋ ਰਿਹਾ ਜਾਂ ਨਹੀਂ ਹੋ ਰਿਹਾ। ਇੱਕ ਐਵੇਂ ਵਰਟੀਕਲ ਲਾਈਨ ਡਰਾ ਕੀਤੀ, ਹਾਂ ਦੋ ਇਕੁਅਲ ਹਾਫਸ ਅੰਦਰ ਡਿਵਾਈਡ ਹੋ ਰਹੇ ਆ। ਫਿਰ ਉਸ ਤੋਂ ਬਾਅਦ ਐਵੇਂ ਇੱਕ ਲਾਈਨ ਡਰਾ ਕੀਤੀ ਤਾਂ ਵੀ ਦੋ ਇਕੁਅਲ ਹਾਫਸ ਅੰਦਰ, ਇੱਕ ਹੋਰ ਐਂਗਲ ਤੇ ਡਰਾ ਕੀਤੀ, ਇੱਕ ਹੋਰ ਐਂਗਲ ਤੇ ਡਰਾ ਕੀਤੀ, ਹਰ ਐਂਗਲ ਦੇ ਅੰਦਰ ਇਹ ਦੋ ਇਕੁਅਲ ਹਾਫਸ ਦੇ ਅੰਦਰ ਡਿਵਾਈਡ ਹੋ ਰਿਹਾ, ਤਾਂ ਕਰਕੇ ਸਿਮੈਟਰੀ ਕੀ ਹੋਗੀ, ਐਕਟੀਨੋਮੋਰਫਿਕ। ਹੁਣ ਉਸ ਤੋਂ ਬਾਅਦ ਆਉਂਦੇ ਆ ਇਹ ਵਾਲੇ ਸਿੰਬਲ ਦਾ ਕੀ ਮਤਲਬ ਹੈ, ਇਹਦਾ ਮਤਲਬ ਹੈ ਕਿ ਜਿਹੜਾ ਫਲਾਰ ਹੈ ਇਹਦੇ ਪਲਾਂਟ ਹੈ ਉਹ ਬਾਇਸੈਕਸ਼ੁਅਲ ਹੈ, ਮਤਲਬ ਐਂਡ੍ਰੋਸ਼ੀਅਮ ਤੇ ਗਾਇਨੋਸ਼ੀਅਮ ਦੋਨੋਂ ਪ੍ਰੈਜ਼ੈਂਟ ਹੈ ਫਲਾਰ ਦੇ ਅੰਦਰ। ਹੁਣ ਉਸ ਤੋਂ ਬਾਅਦ ਆ ਜਾਂਦਾ ਕੇ ਮਤਲਬ ਕੈਲਿਕਸ। ਹੁਣ 2+2 ਕਿਉਂ ਲਿਖਿਆ ਹੋ ਰਿਹਾ, ਹੁਣ ਉਹਦਾ ਕੀ ਮਤਲਬ ਹੈ, 2+2 ਦਾ ਕੀ ਮਤਲਬ ਹੈ ਕਿ ਸਭ ਤੋਂ ਬਾਹਰ ਜਿਹੜਾ ਵਰਡ ਹੈ ਉਹ ਕੀ ਹੈ, ਕੈਲਿਕਸ। ਹੁਣ 2+2 ਕਿਉਂ ਬੋਲਿਆ ਗਿਆ, ਕਿਉਂਕਿ ਉਹਦੀ ਅਰੇਂਜਮੈਂਟ ਨੂੰ ਐਸਟੀਵੇਸ਼ਨ ਨੂੰ ਡਿਫਾਈਨ ਕਰਨ ਲਈ ਕਿ ਦੋ ਜਿਹੜੇ ਸੈਪਲਸ ਹੈ ਸਭ ਤੋਂ ਬਾਹਰ ਹੈ, ਉਸ ਤੋਂ ਬਾਅਦ ਜਿਹੜੇ ਦੋ ਸੈਪਲਸ ਹੈ ਉਹਦੇ ਅੰਦਰ ਇਨਕਲੋਜ਼ਡ ਹੈ। ਇਹ ਵਾਲਾ ਮਾਰਜਨ ਵੀ ਆ ਸੈਪਲ ਦੇ ਅੰਦਰ ਨਾਲ ਓਵਰਲੈਪਡ ਹੈ ਤੇ ਇਹ ਵਾਲਾ ਮਾਰਜਨ ਵੀ ਓਵਰਲੈਪਡ ਹੈ, ਸਿਮਿਲਰਲੀ ਦੂਜੇ ਕੈਲਿਕ ਸੈਪਲ ਨਾਲ ਹੈ, ਤਾਂ ਕਰਕੇ ਇਹਨੂੰ ਅਰੇਂਜਮੈਂਟ ਨੂੰ ਕੀ ਲਿਖਿਆ ਗਿਆ, 2+2। ਉਸ ਤੋਂ ਬਾਅਦ ਆਉਂਦਾ ਕਰੋਲਾ। ਕਰੋਲਾ ਨੂੰ ਕੀ ਹੈ, 4+4 ਹੀ ਬੋਲਿਆ ਗਿਆ, ਮਤਲਬ ਮਾਰਜਨਲ ਅਰੇਂਜਮੈਂਟ ਹੈ ਕਰੋਲਾ ਦੀ। ਕਰੋਲਾ ਕੀ ਹੈ, ਮਾਰਜਨਲ। ਉਸ ਤੋਂ ਬਾਅਦ ਆ ਜਾਂਦਾ ਐਂਡ੍ਰੋਸ਼ੀਅਮ, ਮਾਰਜਨਲ ਨਹੀਂ ਸੌਰੀ ਵੈਲਵੇਟ, मतलब मार्जिनल तो प्रेजेंटेशन होती है, और ये क्या आएगा, वेलवेट। ठीक है, फिर इस तो बाद आ जाते अपना एंड्रोशियम। एंड्रोशियम ने हम 2+4 क्यों बोलिया गया, ऊपर मैं तुहानू दस्सिया होएगा एक अरेंजमेंट होती है कि दो अंदर छोटे दो अंदर बाहर एवं करके आ सीगा वेरिएशन इन द लेंथ। तो ਉਹਦੇ ਅੰਦਰ ਆਪਾਂ ਪੜਿਆ ਸੀਗਾ ਕਿ डायडायनमस ਹੁੰਦੀ ਹੈ ਤੇ ਟੈਟਰਾਡਾਇਨਮਸ ਹੁੰਦੀ ਹੈ। डायडायनमस मतलब कि 2 आउटर लॉन्गर एंड 2 इनर शॉर्ट, ਜਿਵੇਂ ਕਿ ਉਹ ਡਿਪਿਕਟ ਕੀਤਾ ਗਿਆ। ਤੇ ਇਸ ਤੋਂ ਬਾਅਦ ਟੈਟਰਾਡਾਇਨਮਸ ਸੀਗਾ, ਟੈਟਰਾਡਾਇਨਮਸ ਦੇ ਅੰਦਰ ਕੀ ਸੀਗਾ, 2 आउटर शॉर्ट एंड 4 इनर लॉन्ग। ਠੀਕ ਹੈ, ਹੁਣ ਇਹਨੂੰ ਯਾਦ ਕਿਵੇਂ ਕਰਨਾ, डायडायनमस मतलब 2+2 ही है कि बाहर बड़े हैं ते अंदर छोटे हैं, ਐਵੇਂ ਕਰਕੇ मतलब कि ਜਿਵੇਂ सपोज ਇਹ डायग्राम ਨਾਲ ਕੀ ਦਿਖ ਰਿਹਾ ਕਿ ਦੋ ਪੇਰੈਂਟਸ ਹੈ ਤੇ ਅੰਦਰ ਦੋ ਬੱਚੇ ਹੈ, ਐਵੇਂ ਕਰਕੇ ਯਾਦ ਕਰ ਸਕਦੇ ਹੋ। ਫਿਰ ਉਸ ਤੋਂ ਬਾਅਦ ਟੈਟਰਾਡਾਇਨਮਸ, ਟੈਟਰਾ ਤੋਂ ਹੀ ਵਰਡ ਆ ਜਾਂਦਾ 4। ਠੀਕ ਹੈ, ਤਾਂ 4+2 ਹੈ ਇਹ, ਸੌਰੀ 2+4,
क्योंकि बाहर वाले 2 छोटे हैं ते अंदर 2 बड़े हैं, ते 2 + 4। फिर उस तो बाद की है कि 2 छोटे बाहर ते अंदर 4 बड़े। ये अपन कितने ਨਾਲ ਮਿਲਿਆ ਸੀ ਬ੍ਰਾਸਿਕ ਏਸੀ ਦੇ ਅੰਦਰ। ਤਾਂ ਸੇਮ ਉਹਨੇ फ्लोरेंस फार्मूला के अंदर डिपिक्टेड है कि 2 छोटे हैं ਤੇ ਉਸ ਤੋਂ ਬਾਅਦ 4 ਬੜੇ हैं। ਤੇ ਡਾਇਗਰਾਮ ਦੇ ਅੰਦਰ ਵੀ ਆਪਾਂ ਦੇਖ ਸਕਦੇ ਹਾਂ 2 ਆਊਟਰ ਤੇ 4 ਇਨਰ ਐਂਡੋਸ਼ੀਅਮਸ। ਫਿਰ ਇਸ ਤੋਂ ਬਾਅਦ ਆ ਜਾਂਦਾ ਗਾਇਨੋਸ਼ੀਅਮ। ਹੁਣ ਗਾਇਨੋਸ਼ੀਅਮ ਦੇਖਦੇ ਹੋ ਅੱਛੀ ਤਰ੍ਹਾਂ। ਜਿਹੜਾ ਗਾਇਨੋਸ਼ੀਅਮ ਹੈ ਸਭ ਤੋਂ ਪਹਿਲਾਂ ਉੱਥੇ ਲਿਖਿਆ 2 2 मतलब 2 ਹੈ, ਇੱਕ ਆ ਰਿਹਾ ਤੇ ਦੂਜਾ ਆ ਰਿਹਾ, ਠੀਕ ਹੈ। ਹੁਣ ਸੈਕੰਡਲੀ ਆ ਜਾਂਦਾ ਬ੍ਰੈਕਟ ਦੇ ਅੰਦਰ ਇਨਕਲੋਜ਼ਡ ਹੈ। ਬ੍ਰੈਕਟ ਦੇ ਅੰਦਰ ਇਨਕਲੋਜ਼ਡ ਹੈ मतलब कि फ्यूज्ड है, फ्यूजन प्रेजेंट है ਕਿ ਕਾਸੇ ਤੇ ਅੰਦਰ ਓਵਿਊਲਸ ਹੈ, ਠੀਕ ਹੈ। ਹੁਣ ਉਸ ਤੋਂ ਬਾਅਦ ਜਿਹੜਾ ਜੀ ਹੈ ਉਹਦੇ ਅੰਦਰ ਇੱਕ ਅੰਡਰਲਾਈਨ ਹੈ। ਉਹਦਾ ਕੀ ਮਤਲਬ ਹੈ ਉਹਦੇ ਦੇਖੀਏ ਆਪਾਂ ਤਾਂ मतलब ओवरी इज सुपीरियर, सुपीरियर ओवरी प्रेजेंट है, ठीक है। ਹੁਣ ਆਪਾਂ ਨੇ ਉੱਪਰ ਪੜਿਆ ਹੀ ਸੀਗਾ ਕਿ ਜਿਹੜੇ ਹਾਈਪੋਗਾਈਨਸ ਫਲਾਵਰਸ ਹੁੰਦੇ ਨੇ ਉਹਦੇ ਅੰਦਰ ਓਵਰੀ ਸੁਪੀਰੀਅਰ ਹੁੰਦੀ ਹੈ ਤੇ ਉਹਦੀ ਇੱਕ ਐਗਜ਼ਾਮਪਲ ਕੀ ਹੈ ਮਸਟਰਡ ਤੇ ਜਾਂ ਫਿਰ ਬ੍ਰਾਸਿਕੇਸੀ ਫੈਮਿਲੀ। ਤੇ ਇਹਦੇ ਨਾਲ ਬ੍ਰਾਸਿਕੇਸਾ ਦਾ ਆਪਾਂ ਫਲੋਰਲ ਫਾਰਮੂਲਾ ਦੇ ਡਾਇਗਰਾਮ ਸਮਝ ਰਹੇ ਹਾਂ। ਹੁਣ ਉਸ ਤੋਂ ਬਾਅਦ ਉਹਦੇ ਕੁਝ ਇੰਪੋਰਟੈਂਟ ਐਗਜ਼ਾਮਪਲਸ ਤੇ ਪੁਆਇੰਟਸ ਡਿਸਕਸ ਕਰਦੇ ਆ ਕੀ ਹੁੰਦੇ ਆ। ਹੁਣ ਸਭ ਤੋਂ ਪਹਿਲਾਂ ਆਉਂਦਾ ਬ੍ਰਾਸਿਕੇਸੀ, ਠੀਕ ਹੈ। ਹੁਣ ਇਹਦੇ ਕੁਝ ਐਗਜ਼ਾਮਪਲਸ ਦੇਖਦੇ ਆ। ਬ੍ਰਾਸਿਕੇਸੀ ਦਾ ਦੂਜਾ ਨਾਮ ਕੀ ਹੈ, ਆਲਸੋ ਕਾਲਡ ਐਸ क्रूसीफेसी, क्रूसीफेसी, ठीक है। ਹੁਣ ਇਹਦੇ ਆ ਜਾਂਦੇ एग्जांपल्स। ਆਂਦਾ ਮਸਟਰਡ, ਮਸਟਰਡ के अलावा के अंदर रैडिश, रैडिश ਦਾ साइंटिफिक नेम के बॉटनिकल नेम हिरासिनस सटाइवा। इन्हें अंडरलाइन भी करना है। ये सब चीजें ध्यान रखना ਜਦੋਂ ਵੀ ਲਿਖਣਾ। ਬਾਇਨੋਮਿयल ਨੋਮਨਕਲੇਚਰ में ਭੁੱਲਣਾ नहीं है कि जीनस ਦਾ फर्स्ट लेटर कैपिटल, फिर स्पीशीज ਦਾ स्मॉल आएगा, फिर दोनों ਨੂੰ अंडरलाइन करना सब कुछ। फिर ਉਸ ਤੋਂ ਬਾਅਦ कॉलीफ्लावर, कॉलीफ्लावर ਤੋਂ ਬਾਅਦ कैबेज, कैबेज ਤੋਂ ਬਾਅਦ नॉल, ਇਹਨਾਂ ਸਭ ਦੇ ਸਾਇੰਸ ਬੋਟੈਨੀਕਲ ਨੇਮ ਵੀ ਆਪਾਂ ਦੇਖ ਲੈਂਦੇ ਹਾਂ। ਹੁਣ ਇਹਨਾਂ ਤਿੰਨਾਂ ਦਾ ਬੋਟੈਨੀਕਲ ਨੇਮ ਇੰਪੋਰਟੈਂਟ ਹੈ। ਕਿਉਂ ਇੰਪੋਰਟੈਂਟ ਹੈ ਹੁਣ ਇਹ ਦੱਸਿਆ ਜਾਂਦਾ। कॉलीफ्लावर, कैबेज, ਹੁਣ ਇਹ ਕੀ ਸੇਮ ਸਪੀशीज ਤਾਂ ਸੇਮ ਹੈ ਇਹਨਾਂ ਦੀ बट सब स्पीशीज डिफरेंट है ਤਿੰਨਾਂ ਦੀਆਂ। ਕੀ ਹੈ ब्रासिकेसी, नहीं सॉरी ब्रासिका, ओलेरेसी, बॉट्राइटिस। ਇਹਦੇ ਅੰਦਰ ਕੀ ਆਂਦਾ ब्रासिका, ओलेरेसी, कैपिटाटा। फिर ਇਹਦੇ ਅੰਦਰ ब्रासिका, ओलेरेसी, कोलोरापा, ठीक है। ਤੇ ਉਸ ਤੋਂ ਇਲਾਵਾ 2-3 ਐਗਜ਼ਾਮਪਲਸ ਹੋਰ ਆ ਜਾਂਦੀਆਂ ਨੇ ਜਿਵੇਂ ਕਿ कैप्सिला या कैप्सिलन शेपर्ड स्पर्स भी बोलते हैं। फिर उसके अलावा के अंदर टर्निप, टर्निप का की नाम है ब्रासिका रापा। ये तो हो गए एग्जांपल्स। उनकी ਹੁੰਦਾ ਹੈ ਕਿ ਇਹਨਾਂ ਦੇ ਅੰਦਰ ਕੁਝ ਰਹਿੰਦਾ ਕਿ ਜਿਹੜੇ ਇਹਦੇ ਪਲਾਂਟ ਆਰਗਨਸ ਹੈ ਉਹ ਇੱਕ ਪੰਜੈਂਟ ਆਰਡਰ ਪ੍ਰੋਡਿਊਸ ਕਰਦੇ ਨੇ ਡਿਊ ਟੂ ਸਲਫਰ ਕੰਟੇਨਿੰਗ ਕੰਪਾਊਂਡਸ। ਤੇ ਜਿਹੜਾ ਕਰੋਲਾ ਹੈ ਇਹਦਾ ਉਹ ਕੀ ਹੁੰਦਾ ਕਰੂਸੀਫਾਰਮ ਹੁੰਦਾ ਜਾਂ ਫਿਰ ਕ੍ਰਾਸ ਫਾਰਮ ਹੁੰਦਾ ਤੇ ਜਿਹੜੇ ਪੈਟਲਸ ਹੁੰਦੇ ਨੇ 2 ਕਲੌਜ਼ ਦੇ ਅੰਦਰ ਡਿਵਾਈਡਡ ਹੁੰਦੇ ਨੇ। ਹੁਣ ਆਪਾਂ ਅੱਗੇ ਚੱਲਦੇ ਹਾਂ। ਅੱਗੇ ਇੱਕ ਫੈਮਿਲੀ ਆਉਂਦੀ ਹੈ ਫੈਬੇਸੀ ਕਰਕੇ। ਫੈਬੇਸੀ ਕੀ ਹੈ, ਫੈਬੇਸੀ ਦਾ ਪੁਰਾਣਾ ਨਾਮ ਕੀ ਸੀਗਾ ਪੈਪਿਲਿਓਨੋਇਡੀ। ਪੈਪਿਲਿਓਨੋਇਡੀ ਤੇ ਉਹਦੇ ਅੰਦਰ ਇੱਕ ਸਬ ਫੈਮਿਲੀ ਹੈ ਲੈਗੂਮੀਨੇਸੀ। ਤਾਂ ਜਿੰਨੇ ਵੀ ਆਪਾਂ ਲੈਗੂਮਸ ਬੋਲਦੇ ਨਾ ਕਿ ਪਲਸਸ ਹੈ, ਦਾਲ ਹੈ, राजमा वगैरह है, जितने भी सारे पल्सेस ਤੇ बीन्स वगैरह है ਉਹ ਸਭ ਇਹ ਫੈਮਿਲੀ ਲੈਗੂਮੀਨੇਸੀ ਦੇ ਅੰਦਰ ਆਉਂਦੇ ਨੇ। ਇਹਨਾਂ ਦੀ ਜਿਹੜੀ ਫੈਮਿਲੀ ਸਬ ਫੈਮਿਲੀ ਲੈਗੂਮੀਨੇਸੀ ਤੇ ਫੈਮਿਲੀ ਕਿਹੜੀ ਹੈ ਫੈਬੇਸੀ, ਜਿਹਦਾ ਪੁਰਾਣਾ ਨਾਮ ਕੀ ਸੀਗਾ ਪੋਲਿਨੇਸੀ। ਹੁਣ ਇਹਨਾਂ ਦੇ ਕੁਝ ਕੈਰੈਕਟਰਸ ਡਿਸਕਸ ਕਰਦੇ ਹਾਂ ਕੀ ਬੋਲਿਆ ਗਿਆ ਫੈਬੇਸੀ, ਠੀਕ ਹੈ। ਹੁਣ ਇਹਦੇ ਵੈਜੀਟੇਟਿਵ ਕੈਰੈਕਟਰਸ ਦੇਖਣੇ ਅਗਰ ਆਪਾਂ ਨੇ ਤਾਂ ਉਹਦੇ ਅੰਦਰ ਕੀ ਦੇਖਾਂਗੇ ਆਪਾਂ रूट्स देखांगे, शूट देखांगे, लीव्स देखांगे। फिर उस तो बाद ਇਹਨਾਂ ਦੀ ਰੀਪਰੋਡਕਸ਼ਨ ਦੀ ਟਾਈਪ ਵੀ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਆ ਜਾਂਦੇ ਇਹਨਾਂ ਦੇ ਫਲੋਰਲ ਕੈਰੈਕਟਰਸ, ਫਿਰ ਡਾਇਗਰਾਮ ਤੇ ਫਾਰਮੂਲਾ। ਤਾਂ ਸਭ ਤੋਂ ਪਹਿਲਾਂ ਕੀ ਆਏਗਾ ਵੈਜੀਟੇਟਿਵ ਕੈਰੈਕਟਰਸ। ਹੁਣ ਵੈਜੀਟੇਟਿਵ ਕੈਰੈਕਟਰਸ ਦੇ ਅੰਦਰ ਕੀ ਹੈ। ਹੁਣ ਜਿਹੜਾ ਵੈਜੀਟੇਟਿਵ ਕੈਰੈਕਟਰ ਹੈ ਨਾ ਉਹਦੇ ਅੰਦਰ ਹੁੰਦੇ ਕਿ ਇਹ ਟਰੀਜ਼ ਹੈ, ਸ਼ਰਬਸ ਵੀ ਆਉਂਦੇ ਨੇ ਤੇ ਰੂਟਸ ਵੀ ਆਉਂਦੀਆਂ ਨੇ।
ਇਹਦੇ ਲਈ ਨਾ ਮੈਂ ਇੱਕ ਚੀਜ਼ ਰਿਕਮੈਂਡ ਕਰੂੰਗੀ ਕਿ ਜਿਹੜਾ ਮੋਰਫੋਲੋਜੀ ਵਾਲਾ ਚੈप्टर है ਤੇ ਉਹਦੇ ਨਾਲ ਜਿੰਨਾ ਵੀ ਪਿਛਲੇ ਵਾਲਾ ਫੈਮਿਲੀ ਵਾਲਾ ਪਾर्ट है ਜਿਹੜਾ ਮੈਂ ਹੁਣ ਪੜ੍ਹਾ ਰਹੀ ਹਾਂ, ਇੱਕ ਵਾਰ ਤੁਸੀਂ ਐਨਸੀਈਆਰਟੀ ਦੇ ਪੁਰਾਣੇ ਐਡੀਸ਼ਨ ਤੋਂ ਵੀ ਦੇਖ ਸਕਦੇ ਹੋ। ਮੈਂ ਉਸੇ ਤੋਂ ਰੈਫਰੈਂਸ ਲੈ ਕੇ ਸਭ ਦੱਸ ਰਹੀ ਹਾਂ, ਕਿਉਂਕਿ ਇਹ ਕੁਐਸਚਨਸ ਪੁੱਛਿਆ ਜਾਂਦਾ ਹੈ ਤੇ ਇੰਪੋਰਟੈਂਟ ਹੈ। ਹਜੇ ਤਾਂ ਐਨਸੀਈਆਰਟੀ ਦੇ ਉੱਤੇ ਇਹ ਪਾर्ट ਕੱਟ ਕਰ ਦਿੱਤਾ ਗਿਆ ਹੈ ਕਿ ਮਤਲਬ ਬੋਰਡਸ ਦੇ ਅੰਦਰ ਨਹੀਂ ਆਏਗਾ, ਬਟ देयर इज पॉसिबिलिटी कि नीट ਦੇ ਅੰਦਰ ਤਾਂ ਆ ਹੀ ਸਕਦਾ ਹੈ ਇਹ ਪਾर्ट। ਫਿਰ ਇਹਦੇ ਅੰਦਰ ਜਿੰਨੇ ਵੀ ਸਾਰੇ ਪਲਾਂਟਸ ਆ, ਰੂਟਸ ਮਤਲਬ ਸ਼ਰਬਸ ਵੀ ਹੈ, ਹਰਬਸ ਵੀ ਹੈ, ਤੇ ਜਿਹੜੇ ਰੂਟਸ ਹੁੰਦੇ ਨੇ ਉਹਨਾਂ ਕੋਲ ਕੀ ਹੁੰਦੇ ਨੇ, ਰੂਟ ਨੋਡਿਊਲਸ। ਫਿਰ ਉਸ ਤੋਂ ਬਾਅਦ ਆ ਜਾਂਦਾ ਜਿਹੜਾ ਸਟੈਮ ਹੈ, ਉਹ ਜਾਂ ਤਾਂ ਇਰੈਕਟ ਰਹਿੰਦਾ ਹੈ ਜਾਂ ਫਿਰ ਕਲਾਈਂਬਰ ਹੁੰਦਾ ਹੈ। ਫਿਰ ਉਸ ਤੋਂ ਬਾਅਦ ਲੀਵਸ ਹੈ, ਜਿਹੜੇ ਲੀਵਸ ਹੁੰਦੇ ਨੇ ਉਹ ਆਲਟਰਨੇਟ ਹੁੰਦੇ ਨੇ, ਜਿਵੇਂ ਆਪਾਂ ਨੇ ਪੜ੍ਹਿਆ ਸੀ ਕਿ ਉਹਨਾਂ ਦਾ ਅਟੈਚਮੈਂਟ ਕਿਵੇਂ ਕਿਵੇਂ ਰਹਿੰਦੀ ਹੈ, ਅਰੇਂਜਮੈਂਟ ਕਿਵੇਂ ਹੁੰਦੀ ਹੈ ਉਹ। ਫਿਰ ਉਸ ਤੋਂ ਬਾਅਦ ਟਾਈਪਸ ਆਫ ਲੀਵ, ਇਹ ਪਿੰਨੇਟਲੀ ਕੰਪਾਊਂਡ ਹੁੰਦੇ ਨੇ, ਆਪਾਂ ਨੇ ਐਗਜ਼ਾਮਪਲ ਨੇ ਪੀਸ ਪੜ੍ਹਿਆ ਹੀ ਸੀਗਾ। ਫਿਰ ਪਿੰਨੇਟਲੀ ਕੰਪਾਊਂਡ ਤੋਂ ਬਾਅਦ ਇਹ ਹੁੰਦੇ ਨੇ ਸਿੰਪਲ ਵੀ ਪ੍ਰੈਜ਼ੈਂਟ ਹੋ ਸਕਦੇ ਨੇ ਕੁਝ ਪਲਾਂਟਸ ਦੇ ਅੰਦਰ। ਫਿਰ ਉਸ ਤੋਂ ਬਾਅਦ ਲੀਫ ਬੇਸ ਜਿਹੜਾ ਹੁੰਦਾ ਇਹਨਾਂ ਦਾ, ਲੀਫ ਬੇਸ ਦੀ ਮੋਡੀਫਿਕੇਸ਼ਨਸ ਵੀ ਆਪਾਂ ਨੇ ਕੁਝ ਦੇਖਿਆ ਸੀਗਾ। ਲੀਫ ਦੇ 3 ਪਾर्ट ਪੜ੍ਹੇ ਸੀ ਆਪਾਂ ਨੇ, ਜਿਵੇਂ ਸਟੈਮ ਹੈ, ਫਿਰ ਇਹ ਲੀਫ ਬੇਸ ਜਿਹਦੇ ਨਾਲ ਇਹ ਅਟੈਚਡ ਹੈ। ਫਿਰ ਉਸ ਤੋਂ ਬਾਅਦ ਪੈਟਿਊਲ ਜਿਹੜਾ ਇਹਨੂੰ ਲੈ ਕੇ ਜਾਂਦਾ ਹੈ ਲੀਫ ਬੇਸ ਤੋਂ ਬਲੇਡ ਤੇ। ਫਿਰ ਉਸ ਤੋਂ ਬਾਅਦ ਕੀ ਆਉਂਦਾ ਹੈ ਲੈਮਾਈਨਾ, ਤੇ 3 ਪਾर्ट्स ਹੁੰਦੇ ਨੇ, ਲੀਫ ਬੇਸ, ਪੈਟਿਊਲ ਤੇ ਲੈਮਾਈਨਾ। ਫਿਰ ਉਸ ਤੋਂ ਬਾਅਦ ਉਹਦੇ ਬਰਡਸ ਵੀ ਪ੍ਰੈਜ਼ੈਂਟ ਹੁੰਦੇ ਨੇ ਲੀਫ ਦੇ ਨੋਡ ਦੇ ਅੰਦਰ। ਤੇ ਉਸ ਤੋਂ ਬਾਅਦ ਕੁਝ ਛੋਟੇ ਛੋਟੇ ਐਵੇਂ ਲੀਫ ਲਾਈਕ ਸਟਰਕਚਰਸ ਵੀ ਪ੍ਰੈਜ਼ੈਂਟ ਹੋ ਸਕਦੇ ਨੇ ਲੀਫ ਬੇਸ ਤੇ। ਤੇ ਲੀਫ ਬੇਸ ਦੀ ਉਹਦੇ ਮੋਡੀਫਿਕੇਸ਼ਨ ਕੀ ਹੁੰਦੀ ਹੈ, ਪਲਵੀਨੇਟ। ਕੀ ਬੋਲਿਆ ਗਿਆ, ਪਲਵੀਨੇਟ। ਉਸ ਤੋਂ ਇਲਾਵਾ ਜਿਹੜੀ ਇਹਨਾਂ ਦੀ ਵੈਨੇਸ਼ਨ ਹੈ ਉਹ ਕੀ ਹੈ, ਰੈਟੀਕੂਲੇਟ। ਫਿਰ ਉਸ ਤੋਂ ਬਾਅਦ ਆ ਜਾਂਦਾ ਅੱਗੇ ਕਿ ਫਲੋਰਲ ਕੈਰੈਕਟਰਸ ਕੀ ਨੇ। ਫਲੋਰਲ ਕੈਰੈਕਟਰਸ ਜਿਹੜੇ ਹੈ ਉਹਦੇ ਅੰਦਰ ਸਭ ਤੋਂ ਪਹਿਲਾਂ ਕੀ ਆ ਜਾਂਦੇ, ਇਨਫਲੋਰੇਸੈਂਸ। ਇਨਫਲੋਰੇਸੈਂਸ ਕੀ ਆਏਗੀ, ਰੈਸੀਮੋਸ। ਫਿਰ ਆਏਗਾ ਫਲਾਰ, ਫਲਾਰ ਬਾਇਸੈਕਸ਼ੁਅਲ ਹੁੰਦਾ ਤੇ ਜ਼ਾਈਗੋਮੋਰਫਿਕ ਉਹਦੀ ਸਿਮੈਟਰੀ ਹੈ। ਫਿਰ ਆਂਦਾ ਕੈਲਿਕਸ। ਹੁਣ ਜਿੰਨੇ ਵੀ ਆ ਪੁਆਇੰਟਸ ਹੈ ਇਹਨਾਂ ਦੇ ਬੇਸਿਸ ਤੇ ਹੀ ਇਹਦੇ ਫਲੋਰਲ ਡਾਇਗਰਾਮ ਤੇ ਫਾਰਮੂਲਾ ਬਣੇਗਾ, ਤਾਂ ਧਿਆਨ ਨਾਲ ਦੇਖਣਾ। 5 ਨੰਬਰ ਹੁੰਦੇ ਨੇ ਸੈਪਲਸ। ਫਿਰ ਗੈਮੋਸੈਪੈਲਸ ਹੁੰਦਾ, ਇਹ ਆ ਚੁੱਕਿਆ ਨੀਟ ਦੇ ਅੰਦਰ ਪਹਿਲਾਂ। ਫਿਰ ਇਸ ਤੋਂ ਬਾਅਦ ਹੁੰਦਾ ਕਿ ਇਹਦੀ ਵੈਲਵੇਟ ਜਾਂ ਫਿਰ ਇੰਬ੍ਰਿਕੇਟ ਐਸਟੀਵੇਸ਼ਨ ਹੁੰਦੀ ਹੈ। ਫਿਰ ਆਉਂਦਾ ਕਰੋਲਾ, ਇਹ ਵੀ 5 ਹੁੰਦੇ ਨੇ ਪੈਟਲਸ। ਪੋਲੀਪੈਟੇਲਸ ਹੁੰਦਾ ਇਹ, ਮਤਲਬ ਫਿਰ ਸੈਪਰੇਟ ਹੈ। ਫਿਰ ਉਸ ਤੋਂ ਬਾਅਦ ਹੁੰਦਾ ਪੈਪਿਲਿਓਨੇਸ਼ੀਅਸ ਹੁੰਦਾ ਇਹ। ਫਿਰ ਜਿਹੜਾ ਪੋਸਟੀਰੀਅਰ ਪਾਰਟ ਪੈਪਿਲਿਓਨੇਸ਼ੀਅਸ ਮਤਲਬ ਕਿ ਇਹਦੀ ਐਸਟੀਵੇਸ਼ਨ। ਪੈਪਿਲਿਓਨੇਸ਼ੀਅਸ ਦੇ ਅੰਦਰ ਆਪਾਂ ਨੇ ਕੀ ਪੜਿਆ ਸੀਗਾ, ਯਾਦ ਆ ਰਿਹਾ ਕੁਝ ਸਭ ਨੂੰ? ਉਹਦੇ ਅੰਦਰ ਹੁੰਦਾ ਜਿਹੜਾ ਪੋਸਟੀਰੀਅਰ ਇੱਕ ਹੁੰਦਾ ਸਭ ਤੋਂ ਬੜਾ ਹੁੰਦਾ ਸਟੈਂਡਰਡ, ਫਿਰ 2 ਲੈਟਰਲ ਹੁੰਦੇ ਨੇ ਤੇ 2 ਜਿਨ੍ਹਾਂ ਨੂੰ ਵਿੰਗਸ ਵੀ ਬੋਲਦੇ ਨੇ, ਤੇ ਐਵੇਂ 2 ਛੋਟੇ ਪਾਰਟ ਪੈਟਲਸ ਹੁੰਦੇ ਨੇ ਜਿਹਨੂੰ ਕੀ ਬੋਲਦੇ ਨੇ ਕੀਲ, ਜਿਹੜਾ ਐਵੇਂ ਜੁਆਇੰਟ ਹੁੰਦਾ ਤੇ ਇਨਕਲੋਜ਼ ਕਰਦੇ ਪਿਸਟਲ ਤੇ ਐਂਡੋਸ਼ੀਅਮ ਨੂੰ। ਫਿਰ ਆਂਦਾ ਐਂਡੋਸ਼ੀਅਮ। ਐਂਡੋਸ਼ੀਅਮ 10 ਹੁੰਦੇ ਨੇ। ਡਾਇਡੈਲਫਸ ਹੁੰਦਾ, ਡਾਇਡੈਲਫਸ ਮਤਲਬ ਕਿ 2 ਬੰਚਸ ਦੇ ਅੰਦਰ ਪ੍ਰੈਜ਼ੈਂਟ ਹੁੰਦੇ ਨੇ, ਐਵੇਂ ਫਿਊਜ਼ਡ ਹੁੰਦੇ ਨੇ। ਫਿਰ ਉਸ ਤੋਂ ਬਾਅਦ ਆ ਜਾਂਦਾ ਐਂਥਰ, ਡੇhiscence ਵੀ ਹੋ ਸਕਦਾ। ਫਿਰ ਗਾਇਨੋਸ਼ੀਅਮ, ਇਹ ਵੀ ओवरी सुपीरियर है। उसके बाद मोनोकार्पेल है। फिर यूनिलोक्युलर है with many ovules, with many ovules। उसके बाद आ जाते फ्रूट, लेग्यूम ਹੁੰਦੇ ਨੇ ਇਹਨਾਂ ਦੇ फ्रूट्स, ठीक है। ਤੇ सीड्स 1 to many होंगे, ये नॉन एंडोस्पर्मिक है। फिर उसके बाद आ जाता है फ्लोरल फार्मूला। ਹੁਣ ਆਂਦਾ ਮੇਨ ਚੀਜ਼, ਫਲੋਰਲ ਫਾਰਮੂਲਾ। ਸਭ ਤੋਂ ਪਹਿਲਾਂ ਆਪਾਂ ਨੇ ਕੀ ਦੇਖਿਆ, ਇਹਦੀ ਸਿਮੈਟਰੀ ਕੀ ਹੈ, ਜ਼ਾਈਗੋਮੋਰਫਿਕ। ਤੇ ਜ਼ਾਈਗੋਮੋਰਫਿਕ ਲਈ ਕੀ ਸਿੰਬਲ ਆਏਗਾ, ਪਰਸੈਂਟੇਜ। ਹੁਣ ਉਸ ਤੋਂ ਬਾਅਦ ਆਪਾਂ ਨੇ ਦੱਸਣਾ ਕਿ ਬਾਇਸੈਕਸ਼ੁਅਲ ਹੈ ਜਾਂ ਫਿਰ ਯੂਨੀਸੈਕਸ਼ੁਅਲ ਹੈ, ਤੇ ਫਲਾਰ ਕੀ ਹੈ, ਬਾਇਸੈਕਸ਼ੁਅਲ। ਤਾਂ ਫਿਰ ਸਭ ਉਸ ਤੋਂ ਬਾਅਦ ਉਹ ਸਿੰਬਲ ਆਏਗਾ। ਤਾਂ ਮਤਲਬ ਜਦੋਂ ਵੀ ਫਲੋਰਲ ਫਾਰਮੂਲਾ ਬਣਾਉਣਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਨੇ ਦੱਸਣਾ ਸਿਮੈਟਰੀ ਕੀ ਹੈ, ਫਿਰ ਪਲਾਂਟ ਯੂਨੀਸੈਕਸ਼ੁਅਲ ਹੈ ਜਾਂ ਬਾਇਸੈਕਸ਼ੁਅਲ ਹੈ। ਫਿਰ ਉਸ ਤੋਂ ਬਾਅਦ ਆ ਜਾਂਦਾ ਆਪਾਂ ਨੇ ਕੈਲਿਕਸ ਤੇ। ਹੁਣ ਇਹਦਾ ਜਿਹੜਾ ਕੈਲਿਕਸ ਹੈ, ਆਪਾਂ ਨੇ ਕੀ ਦੇਖਿਆ ਸੀ, ਕੈਲਿਕਸ ਦੇ ਨੰਬਰ ਕਿੰਨੇ ਹੈ, 5। ਉਸ ਤੋਂ ਬਾਅਦ ਹੋਰ ਕੀ ਇਨਫੋਰਮੇਸ਼ਨ ਸੀ ਕੈਲਿਕਸ ਦੇ ਅੰਦਰ, ਗੈਮੋਸੈਪੈਲਸ ਹੈ, ਮਤਲਬ ਫਿਊਜ਼ਡ ਹੈ, ਬ੍ਰੈਕਟ ਆਏਗਾ।
ਉਸ ਤੋਂ ਬਾਅਦ ਵੈਲਵੇਟ ਹੈ, ਉਹ ਆਪਾਂ ਡਾਇਗਰਾਮ ਦੇ ਅੰਦਰ ਡਿਪਿਕਟ ਕਰ ਸਕਦੇ ਹਾਂ। ਫਿਰ ਆਉਂਦਾ ਕਰੋਲਾ। ਹੁਣ ਕਰੋਲਾ ਦੇ ਅੰਦਰ ਕੀ ਸੀਗਾ? ਪੈਪਿਲਿਓਨੇਸ਼ੀਅਸ। ਹੁਣ ਪੈਪਿਲਿਓਨੇਸ਼ੀਅਸ ਨੂੰ ਕਿਵੇਂ ਦੱਸਦੇ ਨੇ? ਆਪਾਂ ਨੇ ਕੀ ਪੜ੍ਹਿਆ ਸੀ? ਇੱਕ ਪੋਸਟੀਰੀਅਰ ਲਾਰਜੈਸਟ ਹੁੰਦਾ ਹੈ, ਤਾਂ 1। ਫਿਰ ਨੈਕਸਟ ਰਾਉਂਡ ਦੇ ਅੰਦਰ ਕੀ ਆਉਂਦਾ? 2 ਸਟੈਂਡਰਡ ਮਤਲਬ 2 ਵਿੰਗਸ, ਫਿਰ 2 ਕੀਲ ਜਿਹੜੇ ਫਿਊਜ਼ਡ ਹੁੰਦੇ ਨੇ, ਤਾਂ ਬ੍ਰੈਕਟ। ਫਿਰ ਉਸ ਤੋਂ ਬਾਅਦ ਆਉਂਦਾ ਐਂਡੋਸ਼ੀਅਮ। ਐਂਡੋਸ਼ੀਅਮ ਦਾ ਕੀ ਬੋਲਿਆ? ਡਾਇਡਲਫਸ ਹੈ, ਮਤਲਬ 10 ਇਨ ਨੰਬਰ ਹੈ ਬਟ ਡਾਇਡਲਫਸ ਹੈ, ਤੇ ਉਹਨੂੰ ਕਿਵੇਂ ਲਿਖਾਂਗੇ? ਪਹਿਲਾਂ 9 ਫਿਊਜ਼ਡ ਹੁੰਦੇ ਆ ਅੰਦਰ ਤੇ ਇੱਕ ਸੈਪਰੇਟ ਪ੍ਰੈਜ਼ੈਂਟ ਹੁੰਦਾ। ਜਿਹੜਾ ਗਾਇਨੋਸ਼ੀਅਮ ਹੈ ਉਹਦੇ ਅੰਦਰ ਕੀ ਓਵਰੀ ਕੀ ਸੀਗੀ? ਓਵਰੀ ਸੁਪੀਰੀਅਰ ਸੀ, ਤਾਂ ਲਾਈਨ ਕਿੱਥੇ ਆਏਗੀ? ਜੀ ਦੇ ਨੀਚੇ, ਜਿਸਦਾ ਨੰਬਰ ਕੀ ਸੀਗਾ? 1। ਤੇ ਹੋ ਗਿਆ ਫੈਬੇਸੀ ਦਾ ਫਲੋਰਲ ਫਾਰਮੂਲਾ। ਫਿਰ ਉਸ ਤੋਂ ਬਾਅਦ ਆਉਂਦੇ ਇਹਦੀ ਡਾਇਗਰਾਮ ਕੀ ਰਹੇਗੀ? ਇਹਦੀ ਡਾਇਗਰਾਮ ਬਣਾਉਣੇ ਇੱਕ ਵਾਰ ਹੁਣ ਆਪਾਂ ਸਭ ਤੋਂ ਪਹਿਲਾਂ ਆਪਣੇ ਆउटर मोस्ट कार्पेल्स बनाना, कार्पेल नहीं सॉरी कैलिक्स बनाना है। तो ये बनेगा 5 इन नंबर है, तो एक का बन गया। ठीक है, ये तो हो गया कैलिक्स। उन कैलिक्स के अंदर की आएगा? उन मदर एक्सिस भी बनाना है, तो उरे आएगा मदर एक्सिस। ठीक है, ਹੁਣ ਕੈਲਿਕਸ ਤੋਂ ਬਾਅਦ ਆਪਾਂ ਨੇ ਕੀ ਬਣਾਣਾ? ਕਰੋਲਾ। ਹੁਣ ਕਰੋਲਾ ਲਈ ਆਪਾਂ ਨੇ ਕੀ ਦੇਖਿਆ ਸੀਗਾ ਕਿ ਕਰੋਲਾ ਦੀ ਜਿਹੜੀ है ओरिएंटेशन वो है कि पेपिलियोनेशियस है वो। तो अगर पेपिलियोनेशियस है तो ही सेम चीज आ जाएगी कि आउट पोस्टीरियर है और लार्ज के स्टैंडर्ड है, तो एक हमें पोस्टीरियर बनेगा। फिर उसके बाद 2 लैटरल विंग्स मिलते ने जेडे पोस्टीरियर के अंदर होंगे ने, तो ये 2 लैटरल विंग्स बन गए। उसके बाद हम आंदे कील प्रेजेंट है, तो एक का हो गया, टिक्का हो गया। हुन फ्यूज है, तो फ्यूजन किवें दिखावांगे? एवें। फिर उस तो बाद आ जांदा अंदर एंडोशियम। एंडोशियम किवें दिखावांगे आपां? 10 इन नंबर, एक सेपरेट प्रेजेंट है, उसके बाद 1 हो गया, इक्का 1 2 3 4 5 6 7 8 9 या सिंगल एक 10। ठीक है, उस तो बाद क्या आंदा? गाइनोशियम। गाइनोशियम सिंगल हुंदा ते सिंगल ओव्यूल हुंदा। तो ये हो गया फ्लोरल फार्मूला ऑफ फेबेसी। ਉਸ ਤੋਂ ਬਾਅਦ ਅੱਗੇ ਚੱਲਦੇ ਆ। ਅੱਗੇ ਆਪਣੇ ਕੋਲ ਕੀ ਹੈ? ਇੱਕ ਤਾਂ ਸੋਲਿਨੇਸੀ ਹੈ, ਤੇ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਇੱਕ ਹੋਰ ਫੈਮਿਲੀ ਡਿਸਕਸ ਕਰਦੇ ਹਾਂ, ਫਿਰ ਆਪਾਂ ਜਾਂਦੇ ਸੋਲਿਨੇਸੀ ਤੇ। ਹੁਣ ਉਸ ਤੋਂ ਪਹਿਲਾਂ ਇੱਕ ਵਾਰ ਇਹਦੀ ਐਗਜ਼ਾਮਪਲਸ ਵੀ ਦੇਖ ਲੈਂਦੇ ਆ ਆਪਾਂ ਕਿ ਫੇਬੇਸੀ ਦੀ ਐਗਜ਼ਾਮਪਲਸ ਰਹਿ ਗਈਆਂ ਸੀ, ਉਹ ਕੀ ਆ। ਐਗਜ਼ਾਮਪਲਸ ਦੇ ਅੰਦਰ ਕੀ ਆਏਗਾ? ਇੱਕ ਤਾਂ ਪਲਸਿਸ ਆਣਗੇ ਸਾਰੇ, ਜਿਵੇਂ ਕਿ ਗ੍ਰਾਮ, अरहर, सेम, मूंग, फिर सोयाबीन। ਹੁਣ ਇਹ ਸਭ ਯਾਦ ਕਰਨਾ ਐਕਚੁਅਲੀ ਇੰਪੋਰਟੈਂਟ ਹੈ, ਕਿਉਂਕਿ ਕੁਐਸਚਨ ਕਿਵੇਂ ਆਉਂਦਾ ਹੈ? ਜਿਵੇਂ ਬਹੁਤ ਸਾਰੇ 20-15 ਨੇਮਸ ਲਿਖੇ ਹੋਣਗੇ ਤਾਂ ਪੁੱਛੇਗਾ ਵਿਚ ਆਫ ਦ ਫੋਲੋਇੰਗ ਪਲਾਂਟਸ ਬਿਲੋਂਗ ਟੂ ਫੈਮਿਲੀ ਫੈਬੇਸੀ, ਜਾਂ ਵਿਚ ਆਫ ਦ ਫੋਲੋਇੰਗ ਬਿਲੋਂਗ ਟੂ ਸੋਲਿਨੇਸੀ, ਜਾਂ ਵਿਚ ਆਫ ਦ ਫੋਲੋਇੰਗ ਡਜ਼ ਨਾਟ ਬਿਲੋਂਗ ਟੂ ਸੋਲਿਨੇਸੀ। ਤਾਂ ਇਹ ਦੋਨੋਂ ਪਤਾ ਹੋਣਾ ਚਾਹੀਦਾ ਕਿ ਐਕਚੁਅਲੀ ਸਿਰਫ ਇਹ ਨਹੀਂ ਯਾਦ ਕਰ ਸਕਦੇ ਕਿ ਅਗਰ ਆਹ ਫੈਬੇਸੀ ਹੈ ਤਾਂ ਬੱਚੇ ਨੂੰ ਸੋਲਿਨੇਸੀ ਹੋਣਗੇ, ਜ਼ਰੂਰੀ ਨਹੀਂ ਹੈ। ਹਰ ਇੱਕ ਫੈਮਿਲੀ ਦਾ ਯਾਦ ਹੋਣਾ ਚਾਹੀਦਾ ਵੀ ਕਿਹੜਾ ਪਲਾਂਟ ਕਿਸ ਫੈਮਿਲੀ ਦਾ। ਫਿਰ ਇਹ ਹੋ ਗਿਆ। ਉਸ ਤੋਂ ਬਾਅਦ ਕੁਝ ਐਡੀਬਲ ਆਇਲਸ ਆਉਂਦੇ ਆ। एडिबल ऑयल के अंदर की आएगा? सोयाबीन ते ग्राउंडनट। सोयाबीन एक पल्स भी है, फूड के अंदर भी यूज होता है, तो ऑयल भी बनता है, करके दोनों जगह आएगा। एक क्लासिफिकेशन किस बेसिस थे? इकोनॉमिकल इंपॉर्टेंस थे या फिर यूज के बेसिस थे। डाई के अंदर इंडिगोफेरा। उसके अलावा क्या आएगा? फाइबर्स, सन हेम्प। उसके अलावा क्या आएगा? फोडर। फोडर मतलब कि कैटल लाइक फूड। ਉਹਦੇ ਅੰਦਰ ਕੀ ਆਏਗਾ? ਸੈਸਪੇਨੀਆ, ਤੇ ਕੀ ਆਏਗਾ? ਟ੍ਰਾਈਫੋਲੀਅਮ। ਫਿਰ ऑर्नामेंटल। ऑर्नामेंटल ਦੇ ਅੰਦਰ ਕੀ ਆਏਗਾ? ਲੂਪਿਨ ਤੇ ਸਵੀਟ ਪੀ। ਫਿਰ ਇੱਕ ਮੈਡੀਸਨਲ ਆਂਦਾ ਹੈ। ਮੈਡੀਸਨਲ ਦੇ ਅੰਦਰ ਮੁਲੱਠੀ। ਮੁਲੱਠੀ ਸਭ ਨੇ ਤਾਂ ਦੇਖੀ ਹੋਏਗੀ, ਜਦੋਂ ਕਾਫੀ ਲੋਕਾਂ ਦੇ ਗਲਾ ਖਰਾਬ ਹੁੰਦਾ ਤਾਂ ਘਰ ਦੇ ਅੰਦਰ ਕਾਫੀ ਯੂਜ਼ ਹੁੰਦੀ ਹੈ। ਹੁਣ ਆਪਾਂ ਅੱਗੇ ਚੱਲਦੇ ਹਾਂ। ਇੱਕ ਫੈਮਿਲੀ ਹੈ ਸੋਲਿਨੇਸੀ। ਸੋਲਿਨੇਸੀ ਤੋਂ ਬਾਅਦ ਲਿਲੀਏਸੀ ਵੀ ਡਿਸਕਸ ਕਰਾਂਗੇ। ਪਹਿਲਾਂ ਸੋਲਿਨੇਸੀ ਕਿਉਂ ਡਿਸਕਸ ਕਰ ਰਹੇ ਹਾਂ? ਕਿਉਂਕਿ ਜਿਹੜੇ ਫੈਬੇਸੀ ਹੈ ਤੇ ਸੋਲਿਨੇਸੀ ਹੈ ਤੇ ਬ੍ਰਾਸਿਕੇਸੀ ਹੈ, ਤਿੰਨੋਂ ਫੈਮਿਲੀਜ਼ ਜਿਹੜੀਆਂ ਸੀਗੀਆਂ ਸਾਰੀ ਡਾਈਕੋਟਿਲਿਡਨ ਸੀਗੀਆਂ, ਬਟ ਜਿਹੜੀ ਲਿਲੀਏਸੀ ਫੈਮਿਲੀ ਹੈ ਉਹ ਕੀ ਹੈ? ਮੋਨੋਕੋਟਿਲਿਡਨਸ। ਤਾਂ ਕਰਕੇ ਸੋਲਿਨੇਸੀ ਤੋਂ ਬਾਅਦ ਉਹਨੂੰ ਇੱਕ ਵਾਰ ਬਰੀਫ में डिस्कस ਕਰਾਂਗੇ। ਹੁਣ ਜਿਹੜੇ ਸੋਲਿਨੇਸੀ ਇੱਕ ਲਾਰਜ ਫੈਮਿਲੀ ਹੈ,
commonly called the potato family ਕਿਉਂਕਿ ਇਹਦੇ ਅੰਦਰ potato and related plants ਆ ਜਾਂਦੇ ਨੇ ਤੇ widely distribution ਇਹਦੀ tropic subtropics ਤੇ even temperate zones ਦੇ ਅੰਦਰ ਹੁਣ ਜਿਹੜਾ plant ਹੈ ਉਹ mostly herbs shrubs ਤੇ rarely small trees ਹੁੰਦੇ ਨੇ herbaceous ਹੁੰਦਾ rarely woody ਹੁੰਦਾ aerial erect cylindrical branched ਹੁਣ ਇਹਦੀ stems ਦੱਸੇ ਗਏ ਕਿਵੇਂ ਹੁੰਦੇ woody rarely ਹੁੰਦੀ ਮਤਲਬ green ਹੈ soft ਹੈ fold ਹੋ ਸਕਦੀ ਹੈ ਉਹਨੂੰ ट्विस्ट कर सकते हो एरियल का मतलब अबव ग्राउंड है इरेक्ट है स्ट्रेट है मतलब सिलेंड्रिकल ਉਹਦੇ ਕ੍ਰਾਸ ਸੈਕਸ਼ਨ ਦੱਸਿਆ ਗਿਆ ਉਸ ਤੋਂ ਬਾਅਦ ਦੱਸਿਆ ਗਿਆ ਉਹਦੇ ਬ੍ਰਾਂਚेस ਵੀ ਹੁੰਦੀਆਂ ਨੇ ਫਿਰ ਸੋਲਿਡ ਜਾਂ ਹੋਲੋ ਦੋਨੋਂ ਹੋ ਸਕਦੀ ਹੈ ਕੀ ਬੋਲ ਗਏ ਸੋਲਿਡ ਜਾਂ ਫਿਰ ਹੋਲੋ ਫਿਰ ਉਸ ਤੋਂ ਬਾਅਦ ਹੈ ਕਿ ਹੇਅਰੀ ਵੀ ਹੋ ਸਕਦੀ ਹੈ ਗਲੈਬਰਸ ਵੀ ਹੋ ਸਕਦੀ ਹੈ ਫਿਰ ਉਸ ਤੋਂ ਬਾਅਦ ਹੈ ਕਿ ਅੰਡਰਗਰਾਉਂਡ ਸਟੈਮਸ ਵੀ ਮਿਲਦੀਆਂ ਨੇ ਇਹਦੇ ਅੰਦਰ ਜਿਵੇਂ ਕਿ ਸੋਲਨ ਟਿਊਬਰਸਮ ਜਿਹੜਾ ਸੋਲਨ ਟਿਊਬਰਸਮ ਦਾ ਬੋਟੈਨੀਕਲ ਨੇਮ ਹੈ ਪੋਟੈਟੋ ਦਾ ਹੁਣ ਜਿਹੜੇ ਲੀਵਸ ਹੁੰਦੇ ਨੇ ਉਹ ਆਲਟਰਨੇਟ ਹੈ ਸਿੰਪਲ ਹੈ ਰੇਅਰਲੀ ਪਿੰਨੇਟ ਵੀ ਮਿਲ ਸਕਦੇ ਨੇ ਐਕਸਟਿਪੂਲੇਟ ਮਤਲਬ ਸਟਿਪਿਊਲਸ ਐਬਸੈਂਟ ਹੁੰਦੇ ਨੇ ਤੇ ਵੈਨੇਸ਼ਨ ਰੈਟਿਕੂਲੇਟ ਹੈ ਇਹ ਕੁਝ ਡਾਇਗਰਾਮਸ ਹੈ ਪਹਿਲਾ ਹੈ ਸੋਲੇਨਮ ਡਾਇਗਰਾਮ ਮਕੋਈ ਪਲਾਂਟ ਇਹਦੀ ਐਗਜ਼ਾਮਪਲ ਹੈ ਉਹਦਾ ਦੱਸਿਆ ਗਿਆ ਸਭ ਤੋਂ ਪਹਿਲਾਂ ਇਹਦਾ ਫਲਾਵਰਿੰਗ ਟਵਿਗ ਦਿਖਾਇਆ ਗਿਆ ਹੁਣ ਇਹਦੇ ਨਾਲ ਆਪਾਂ ਵੈਜੀਟੇਟਿਵ ਕੈਰੈਕਟਰਸ ਦੇਖ ਸਕਦੇ ਹਾਂ ਕਿ ਲੀਵ ਦੀ ਅਰੇਂਜਮੈਂਟ ਆਲਟਰਨੇਟ ਹੈ ਪਹਿਲਾਂ ਉਰੋਂ ਨਿਕਲ ਰਹੇ ਫਿਰ ਅੱਗੇ ਫਿਰ ਉਸ ਤੋਂ ਬਾਅਦ ਐਵੇਂ ਆਲਟਰਨੇਟ ਹੈ ਇੱਕ ਜਗ੍ਹਾ ਤੋਂ ਇੱਕ ਹੀ ਨਿਕਲ ਰਿਹਾ ਠੀਕ ਹੈ ਉਸ ਤੋਂ ਬਾਅਦ ਸਿੰਪਲ ਹੈ ਸਿੰਪਲ ਲੀਵ ਹੈ ਮਿਡਰਿਬ ਹੈ ਲਮਾਈਨਾ ਇਨਸਾइज नहीं है अप टू मिडरिब ਉਸ ਤੋਂ ਬਾਅਦ ਐਕਸਟਿਪੂਲੇਟ सूर्य अपन कोई स्टिप्यूल्स नहीं दिख रहे तो वेरिएशन भी है रेटिकुलेट जो स्टेम है वो भी स्ट्रेट है इरेक्ट है क्रॉस सेक्शन सिलेंड्रिकल है ਤੇ ब्रांचेस भी दिख रही ਨੇ ਆਪਾਂ ਨੂੰ ਉਸ ਤੋਂ ਬਾਅਦ ਆਉਂਦਾ ਇਹਦਾ longitudinal section of a flower ਇਹ longitudinal section ਹੈ flower ਦਾ ਫਿਰ ਉਸ ਤੋਂ ਬਾਅਦ ਦੱਸਿਆ ਗਿਆ ਆ flower ਹੈ ਤੇ longitudinal section ਹੈ ਉਸ ਤੋਂ ਬਾਅਦ E ਦੇ ਅੰਦਰ ਦੱਸਿਆ ਗਿਆ gynoecium ਤੇ ਉਹਦੇ ਅੰਦਰ ਹੈ androecium ਤੇ ਇਹ floral diagram ਹੁਣ ਆਉਂਦਾ floral characters ਦੇ ਅੰਦਰ ਇਨਸੋਲਿਫੈਂਸ ਕੀ ਸੋਲਿਟਰੀ ਹੁੰਦੀ ਹੈ ਐਕਸਿਲਰੀ ਜਾਂ ਫਿਰ ਸਾਈਮੋਸ ਮਿਲਦੀ ਸੋਲਿਨਮ ਦੇ ਅੰਦਰ ਹੁਣ ਜਿਹੜੇ ਪਲਾਂਟਸ ਬਾਇਸੈਕਸ਼ੂਅਲ ਹੈ ਮੋਰਫੋਲੋਜੀ ਸਿਮੈਟਰੀ ਕੀ ਹੈ ਟਿਨੋਮੋਰਫਿਕ ਹੁਣ ਨਾਲ ਇਹਦਾ ਫਲੋਰਲ ਫਾਰਮੂਲਾ ਵੀ ਡਿਸਕਸ ਕਰਦੇ ਹਾਂ ਪਲਾਂਟ ਇੱਕ ਟਿਨੋਮੋਰਫਿਕ ਹੈ ਤਾਂ ਪਲੱਸ ਵਾਲਾ ਸਰਕਲ ਬਾਇਸੈਕਸ਼ੂਅਲ ਹੈ ਤਾਂ ਸਿੰਬਲ ਹੈ ਬਾਇਸੈਕਸ਼ੂਅਲ ਦਾ ਫਿਰ ਆਉਂਦਾ ਕੈਲਿਕਸ 5 in नंबर है और ये देख रहे हैं अपन कैलिक्स 5 लिखे ਹੁਣ यूनाइटेड है मतलब ग्रामो से पहले से तो ब्रैकेट ਦੇ ਅੰਦਰ enclosed है ਉਸ ਤੋਂ ਬਾਅਦ ਫਿਰ persistent ਹੈ ਮਤਲਬ ਕਿ ਫਰੂਟ ਤੋਂ ਬਾਅਦ ਵੀ ਬਣਨ ਤੋਂ ਬਾਅਦ ਉਹ ਗਿਰਦੇ ਨਹੀਂ ਹੈ ਤਾਂ ਆਪਾਂ ਜਦੋਂ ਟੋਮੈਟੋ ਦੇਖਦੇ ਹਾਂ ਟੋਮੈਟੋ ਵੀ ਸੋਲਿਨੇਸ ਦੇ ਅੰਦਰ ਹੀ ਆਉਂਦਾ ਹੈ ਆਪਾਂ ਉੱਪਰ ਨੂੰ ਹਮੇਸ਼ਾ में ਲੀਵਸ ਦਿਖਦੇ ਆ ਛੋਟੇ ਛੋਟੇ ਉਹ ਐਕਚੁਅਲੀ ਲੀਵਸ ਨਹੀਂ ਹੁੰਦੇ ਉਹ ਕੀ ਹੁੰਦੇ ਨੇ ਉਹ ਹੁੰਦੇ ਨੇ ਕੈਲਿਕਸ ਸੇਮ ਆਪਾਂ ਬ੍ਰਿੰਜਲ ਦੇ ਅੰਦਰ ਦੇਖਦੇ ਜਦੋਂ ਬ੍ਰਿੰਜਲ ਦੇਖਦੇ ਆ ਐਵੇਂ ਬੜੇ ਬੜੇ ਲੀਵਸ ਹੁੰਦੇ ਨੇ ਐਵੇਂ ਉਹਦੇ ਥੈਲਮਸ ਜਾਂ ਫਿਰ ਨਾਲ ਜੁੜੇ ਹੋਏ ਤਾਂ ਉਹ ਲੀਵਸ ਨਹੀਂ ਹੁੰਦੇ ਐਕਚੁਅਲੀ ਕੀ ਹੁੰਦੇ ਨੇ ਕੈਲਿਕਸ ਹੁੰਦੇ ਆ ਵੈਲਵੇਟ ਐਸਟੀਵੇਸ਼ਨ ਹੈ ਠੀਕ ਹੈ ਜਿਹੜੀ ਵੈਲਵੇਟ ਐਸਟੀਵੇਸ਼ਨ ਉਹ ਆਪਾਂ ਨੂੰ ਕਿੱਥੇ ਦਿਖੇਗੀ ਫਲੋਰਲ ਡਾਇਗਰਾਮ ਦੇ ਅੰਦਰ ਫਿਰ ਆਂਦਾ ਕੋਰੋਲਾ ਪੈਟਲਸ ਕੀ ਹੈ 5 ਹੈ ਦਿਖ ਰਿਹਾ यूनाइटेड है तो ब्रैकेट ਦੇ ਅੰਦਰ enclosed है ਹੁਣ ਵੈਲਵੇਟ ਐਸਟੀਵੇਸ਼ਨ ਦੇ ਉਹ ਡਾਇਗਰਾਮ ਦੇ ਅੰਦਰ ਦਿਖੇਗਾ ਹੁਣ एंड्रोशियम है स्टेमन 5 ਹੁੰਦੇ ਨੇ ਤਾਂ 5 यूनाइटेड नहीं है तो कोई ब्रैकेट नहीं है फिर लिखे एपिपेटलस है ये अपन पढ़े से कि एपिपेटलस से एपिपेरियंथ हो सकते कि एंड्रोशियम ते करोला या फिर किसी होर वर्ड दे कनेक्शन हो सकते तो एडहेशन किहदे नाल दिखदी होए एक लाइन नाल दिखांदे ने फिर उस बाद की है गाइनोशियम की है बाइकार्पेरियन मतलब 2 in नंबर तक 2 है ਹੁਣ obliquely placed ਹੁੰਦਾ वो अपन डायग्राम में दिखेगा सिनकार्पस मतलब कि यूनाइटेड है तो फिर ब्रैकेट लगाता ਉਸ ਤੋਂ ਬਾਅਦ ਕੀ ओवरी सुपीरियर है मतलब जी ਦੇ नीचे में अंडरलाइन होएगा ਹੁਣ बाइलोक्यूलर है प्लेसेंटा सोलन है मैरी ओव्यूल्स है ਤੇ एक्साइल है ਹੁਣ ਜਿਹੜਾ ਫਰੂਟ ਹੁੰਦਾ ਫਰੂਟ ਦੀ ਟਾਈਪ ਕੀ ਹੈ ਜਾਂ ਫਿਰ ਬੈਰੀ ਹੈ ਜਾਂ ਫਿਰ ਕੈਪਸੂਲ ਹੈ ਠੀਕ ਹੈ ਫਿਰ ਜਿਹੜਾ ਸੀਡ ਹੈ ਉਹ ਮੈਨੂ ਹੁੰਦੇ ਤੇ ਐਂਡੋਸਪਰਮਸ ਹੁੰਦੇ ਨੇ ਤੇ ਆਹ ਫਲੋਰਲ ਫਾਰਮੂਲਾ ਜਿਹੜਾ ਆਪਾਂ ਡਿਸਕਸ ਕਰ ਲਿਆ ਪੂਰਾ ਹੁਣ ਇੱਕ ਵਾਰ ਡਾਇਗਰਾਮ ਦੇਖਦੇ ਹਾਂ डायग्राम कहते हैं सब तो बाहर है कि कैलिक्स है 5 in नंबर है वैल्यूड एस्टिवेशन दिख रही है करोला 5 in नंबर वैल्यूड एस्टिवेशन फिर आंदा स्टेमन या फिर एंड्रोशियम 5 in नंबर है यूनाइटेड नहीं है ਤੇ ਉਸ ਤੋਂ ਬਾਅਦ ਆਪਾਂ ਲਿਖ ਰਹੇ ਐਪੀਪੈਟਲਸ ਜਿਹੜਾ ਪੈਟਲਸ ਨਾਲ ਅਟੈਚਡ ਹੈ ਠੀਕ ਹੈ ਤੇ ਜਿਹੜਾ ਸੈਪਲਸ ਹੈ ਉਹ ਯੂਨਾਈਟਿਡ ਸੀਗੇ ਤਾਂ ਕਰਕੇ ਗੈਮੋਸੈਪਲਸ ਤੇ ਜਿਹੜਾ ਕਰੋਲਾ ਹੈ ਉਹ ਵੀ ਯੂਨਾਈਟਿਡ ਹੈ ਤਾਂ ਉਹ ਵੀ ਦਿਖ ਰਿਹਾ ਹੈ ਯੂਨਾਈਟ ਕੀਤਾ ਹੋਇਆ ਆਪਾਂ ਨੇ ਫਿਰ ਆਂਦਾ ਗਾਇਨੋਸ਼ੀਅਮ
ਗਾਇਨੋਸ਼ੀਅਮ 2 ਇਨ ਨੰਬਰ ਹੁੰਦਾ ਹੈ, ਤੇ ਤਾਂ ਕਰਕੇ 2 ਇਨ ਨੰਬਰ ਹੈ। ਤੇ ਉਸ ਤੋਂ ਬਾਅਦ ਲੋਕੂਲਰ ਹੁੰਦਾ ਹੈ ਮੈਂ ਡਿਵਾਈਡਡ ਹੁੰਦਾ ਸੈਪਟਮ ਦੇ ਨਾਲ, ਤੇ ਉਹ ਵੀ ਡਾਇਗਰਾਮ ਨਾਲ ਡਿਪਿਕਟਡ ਹੈ ਬਾਇਲੋਕੂਲਰ। ਤੇ ਜਿਹੜੇ ਪ੍ਰੈਜੈਂਟੇਸ਼ਨ ਆ ਉਹ ਐਗਜ਼ਾਈਲ ਦਿਖ ਰਹੀ ਹੈ, ਉਹ ਆਪਾਂ ਲਿਖ ਲਈ ਕਿ ਪ੍ਰੈਜੈਂਟੇਸ਼ਨ ਐਗਜ਼ਾਈਲ ਹੈ ਉਹਦੀ। ਹੁਣ ਐਗਜ਼ਾਮਪल्स ਦੇਖਦੇ ਹਾਂ। ਮੈਨੀ ਪਲਾਂਟਸ ਹੈ ਬਿਲੋਂਗਿੰਗ ਟੂ ਦਿਸ ਫੈਮਿਲੀ ਆਰ ਅ ਸੋਰਸ ਆਫ ਫੂਡ, ਜਿਵੇਂ ਕਿ ਆਉਂਦੇ ਟੋਮੈਟੋ, ਬ੍ਰਿੰਜਲ, ਪੋਟੈਟੋ। ਤੇ ਸਪਾਈਸਿਸ in the chili, medicine in the belladonna ਤੇ ਅਸ਼ਵਗੰਧਾ। ਫਿਰ ਆਉਂਦੇ ਫਿਊਮੀਗੇਟਰੀ in the tobacco ਤੇ ornamental in the petunia। ਇਹ ਸਭ ਹੈ ਅੰਡਰ ਦ ਫੈਮਿਲੀ ਸੋਲੇਨੇਸੀ। ਹੁਣ ਆ ਜਾਂਦੇ ਆਪਾਂ ਇੱਕ ਹੋਰ ਫੈਮਿਲੀ ਦੇ ਅੰਦਰ ਜਿਹਦਾ ਨਾਮ ਕੀ ਹੈ ਲਿਲੀਏਸੀ। ਹੁਣ ਕੀ ਆਇਆ ਲਿਲੀਏਸੀ। ਲਿਲੀਏਸੀ ਨੂੰ ਕਾਮਨਲੀ ਕੀ ਬੋਲਦੇ ਆ ਲਿਲੀ ਫੈਮਿਲੀ। ਜਿਹੜਾ ਲਿਲੀ ਫੈਮਿਲੀ ਹੈ ਉਹ ਕੈਰੈਕਟਰਿਸਟਿਕ ਕੀ ਹੈ ਮੋਨੋਕੋਟਿਲਿਡਨਸ। ਫਿਰ ਉਸ ਤੋਂ ਬਾਅਦ ਕੀ ਆਉਂਦਾ ਕਿ ਡਿਸਟ੍ਰੀਬਿਊਟਡ ਕੀ ਹੈ ਵਰਲਡ ਵਾਈਡ। ਇਹਦੇ ਵੈਜੀਟੇਟਿਵ ਕੈਰੈਕਟਰਸ ਦੇਖਦੇ ਹਾਂ। ਵੈਜੀਟੇਟਿਵ ਕੈਰੈਕਟਰਸ ਦੇ ਅੰਦਰ ਕੀ ਹੈ ਪੈਰੀਨੀਅਲ ਹਰਬਸ ਹੁੰਦੇ ਨੇ। ਫਿਰ ਅੰਡਰਗਰਾਉਂਡ ਵੀ ਮਿਲਦੇ ਆ ਇਹ। ਅੰਡਰਗਰਾਉਂਡ ਦੇ ਅੰਦਰ ਕੀ ਮੋਡੀਫਿਕੇਸ਼ਨ ਦਿਖਦੀਆਂ ਨੇ ਆਪਾਂ ਨੂੰ ਬਲਬਸ, ਕੌਮਸ, CORMS। फिर उसके बाद क्या अंदर राइजोम। उन्हें ये सब मॉक टेस्ट अंदर एक बार पूछा जा चुके। बल्ब्स की एग्जांपल क्या आएगी अनियन। कॉम की एग्जांपल क्या आएगी कॉल्चिसिन। कॉल्चिसिन कितने पड़े माइटोटिक पॉइजन अंदर कॉल्चिसिन ते राइजोम्स अंदर जिंजर। फिर इसके बाद आ जाते हैं लीव्स। लीव्स के अंदर की है बेसल हुंदे ने, ऑल्टरनेट हुंदे ने, लीनियर है, एक्सटिपुलेट हुंदे ने ते पैरेलल वेनेशन है। फिर आ जाते फ्लोरल कैरेक्टर्स। फ्लोरल कैरेक्टर्स के अंदर सब तो पहला क्या आएगा इनफ्लोरेसेंस। इनफ्लोरेसेंस के अंदर सॉलिटरी है या फिर साइमोस बोलते हैं उन्होंने ते ऑफन अंबुलेट क्लस्टर्स मिलते हैं। ये बस इन्हें याद कर लेना कि अंबुलेट क्लस्टर्स कितने हैं लिलिएसी के अंदर। फिर उसके बाद क्या अंदर फ्लावर्स। अंबुलेट क्लस्टर्स अगर एक्चुअली समझना है तो दस दे कि जब सपोज फ्लावर है ये सेपल्स हैं के अंदर बहुत सारे छोटे छोटे फ्लावर्स ਹੁੰਦੇ ਨੇ ਹੋਰ ਤਾਂ ਕਰਕੇ ਉਹਨੂੰ ਕੀ ਬੋਲਦੇ ਨੇ ਅੰਬੁਲੇਟ ਕਲਸਟਰਸ। ਇਹ ਜਿਹੜੀ ਡਾਇਗਰਾਮ ਪੁਰਾਣੀ ਐਨਸੀਈਆਰਟੀ ਦੇ ਅੰਦਰ ਮਿਲ ਜਾਏਗੀ ਉਹ ਹमें ਸਿਮਿਲਰ ਡਾਇਗਰਾਮ ਹੈ। ਫਿਰ ਫਲਾਵਰ ਕਿਵੇਂ ਹੁੰਦਾ ਬਾਈਸੈਕਸ਼ੂਅਲ ਤੇ ਸਿਮੈਟ੍ਰਿਕ ਕੀ ਹੈ ਐਕਟਿਨੋਮੋਰਫਿਕ। ਫਿਰ ਉਸ ਤੋਂ ਬਾਅਦ ਪੈਰੀਐਂਥ ਹੁੰਦਾ ਇਹਦੇ ਅੰਦਰ ਮਤਲਬ ਸੈਪਲ ਤੇ ਕਰੋਲਾ ਫਿਊਜ਼ਡ ਹੈ ਤੇ ਬਣਾਤਾ ਪੈਰੀਐਂਥ। ਕੀ ਹੁੰਦੇ ਨੇ ਉਹਨੂੰ ਕੀ ਬੋਲਦੇ ਨੇ ਟੈਪਲ। ਪੈਰੀਐਂਥ ਦੇ ਇੱਕ ਸਿੰਗਲ ਯੂਨਿਟ ਨੂੰ ਕਿੰਨੇ ਹੁੰਦੇ ਨੇ 6 ਹੁੰਦੇ ਨੇ ਕੇਰੀਅਨ ਅਰੇਂਜਮੈਂਟ ਦੇ ਅੰਦਰ 3+3 ਦੀ ਅਰੇਂਜਮੈਂਟ ਦੇ ਅੰਦਰ ਤੇ ਕਦੇ ਕਦੇ ਯੂਨਾਈਟਿਡ ਹੁੰਦੇ ਨੇ ਟੂ ਫਾਰਮ ਅ ਟਿਊਬ often united into tube। ਫਿਰ ਕੀ ਆਂਦਾ ਵੈਲਵੇਟ ਐਸਟੀਵੇਸ਼ਨ ਹੁੰਦੀ ਹੈ। ਫਿਰ ਆਂਦਾ ਐਂਡਰੋਸ਼ੀਅਮ। ਐਂਡਰੋਸ਼ੀਅਮ ਜਿਹੜਾ ਹੈ ਸਟੈਮਨ 6 ਹੁੰਦੇ ਨੇ ਅਰੇਂਜਮੈਂਟ ਕਿਵੇਂ ਹੈ 3+3 ਠੀਕ ਹੈ। ਤੇ ਕੀ ਹੁੰਦਾ ਐਪੀਟੈਪੈਲਸ। ਫਿਰ ਗਾਇਨੋਸ਼ੀਅਮ ਹੈ ਜਿਹੜਾ ਗਾਇਨੋਸ਼ੀਅਮ ਹੈ ਉਹ ਕੀ ਹੈ ट्राइकार्पेलरी मतलब 3 प्रेजेंट है। ट्राइकार्पेलरी तो बाद की आंदा सिनकार्पस मतलब कि फ्यूज्ड है। फिर आंदा ओवरी सुपीरियर। फिर क्या आएगा ट्राइलॉक्यूलर। ट्राइलॉक्यूलर ਦੇ ਨਾਲ ਬਹੁਤ ਸਾਰੇ ਓਵਿਊल्स ਹੁੰਦੇ ਨੇ with many ovules। तो प्लेसेंटेशन की है एक्साइल। फिर क्या आंदा फ्रूट। फ्रूट की है कैप्सूल यूजुअली या फिर रेयरली बेरी। ਹੁਣ ਇਹ ਸਭ ਦਾ वर्ड्स ਦਾ ਕੀ मतलब है कि बेरी है या कैप्सूल है या लेग्यूम है। ਤਾਂ ਫਰੂਟਸ ਦੇ ਬਹੁਤ ਸਾਰੇ ਟਾਈਪਸ ਹੁੰਦੀਆਂ ਨੇ ਜਿਵੇਂ ਕਿ ਕੈਪਸੂਲ ਬੈਰੀਜ਼ ਤੇ ਇਹ ਤਾਂ ਉਹਦੇ ਦੱਸੇ ਹੀ ਗਏ ਤੇ ਹੁਣ ਫਰੂਟਸ ਜਾਂ ਤਾਂ ਐਗਰੀਗੇਟ ਹੋ ਸਕਦੇ ਆ ਕੰਪੋਜ਼ਿਟ ਹੁੰਦੇ ਆ ਫਿਰ ਸਿੰਪਲ ਹੁੰਦਾ ਉਹ ਹਜੇ ਆਪਾਂ ਨੂੰ ਨੀਡ ਨਹੀਂ ਹੈ ਤਾਂ ਕਰਕੇ ਉਹਨੇ ਇਨ ਡਿਟੇਲਸ ਡਿਸਕਸ ਨਹੀਂ ਕਰਾਂਗੇ। ਬਸ ਆਪਾਂ ਨੂੰ ਇਹ ਜ਼ਰੂਰੀ ਯਾਦ ਰੱਖਣਾ ਕਿਸ ਫੈਮਿਲੀ ਦਾ ਕਿਸ ਟਾਈਪ ਦਾ ਫਰੂਟ ਹੈ ਤੇ ਉਹਦੇ ਬੇਸਿਸ ਤੇ ਮੈਂ ਬੋਲਿਆ ਜਾਂਦਾ ਜਿਵੇਂ ਕਿ ਜਿਹੜਾ ਲੈਗਿਊਮ ਹੈ ਕੈਪਸੂਲ ਹੈ ਜਿਹਨੂੰ ਸਿੰਪਲ ਫਰੂਟਸ ਹੁੰਦੇ ਨੇ ਠੀਕ ਹੈ। ਜਿਹੜਾ ਬੈਰੀ ਹੈ ਉਹ ਕੰਪੋਜ਼ਿਟ ਹੁੰਦਾ। ਫਿਰ ਆਂਦਾ सीड। सीड ਇਹਦਾ ਕੀ ਹੈ एंडोस्पर्मस ठीक है। ਹੁਣ ਆਉਂਦੇ ਇਹਦੇ फ्लोरल फार्मूला ਤੇ फाइनली
ਸਭ ਤੋਂ ਪਹਿਲਾਂ ਕੀ ਸੀਗਾ, ਬ੍ਰੈਕਟੀਏਟ ਹੈ ਤਾਂ BR। ਫਿਰ ਇਸ ਤੋਂ ਬਾਅਦ ਇਹਦੀ ਸਿਮੈਟਰੀ ਕੀ ਹੈ, ਐਕਟੀਨੋਮॉर्फिक। ਪਲਾਂਟ ਕੀ ਹੈ, ਬਾਇਸੈਕਸ਼ੂਅਲ। ਫਿਰ ਆਂਦੇ ਕਿਉਂਕਿ ਪੈਰੀਐਂਥ ਹੈ ਤਾਂ P ਨਾਲ ਡੋਨੇਟ ਹੋਏਗਾ। ਫਿਰ ਕੀ ਆਏਗਾ, ਉਹਦੀ ਅਰੇਂਜਮੈਂਟ ਕੀ ਹੈ, 3+3 ਫਿਊਜ਼ਡ ਹੈ। ਫਿਰ ਐਂਡਰੋਸ਼ੀਅਮ ਆਂਦਾ, ਉਹ ਵੀ 3+3 ਹੈ, ਉਹ ਵੀ ਆਪਸ ਦੇ ਅੰਦਰ ਫਿਊਜ਼ਡ ਹੈ ਤੇ ਐਪੀਟਿਪੈਲਸ ਵੀ ਹੈ। ਫਿਰ ਆਂਦੇ ਗਾਇਨੋਸ਼ੀਅਮ, 3 ਹੈ, ਫਿਊਜ਼ਡ ਹੈ ਤੇ ਜਿਹੜੀ ਓਵਰੀ ਹੈ ਸੁਪੀਰੀਅਰ ਹੈ ਤਾਂ ਮੈਂ ਅੰਡਰਲਾइन। ਠੀਕ ਹੈ, ਹੁਣ ਇਹਦੇ ਅੰਦਰ ਕੁਝ ਐਗਜ਼ਾਮਪल्स ਕੀ ਨੇ ਉਹ ਦੇਖਦੇ ਹਾਂ ਆਪਾਂ, ਫਿਰ ਡਾਇਗਰਾਮ ਦੇਖਦੇ ਹਾਂ। ਇੱਕ ਬਾਰ ਪਹਿਲਾਂ ਡਾਇਗਰਾਮ ਹੀ ਦੇਖ ਲੈਂਦੇ ਹਾਂ। ਡਾਇਗਰਾਮ ਕਿਵੇਂ ਹੈ, ਇੱਕ ਐਵੇਂ ਪੈਰੀਐਂਥ ਹੈ, ਇੱਕ ਐਵੇਂ ਪੈਰੀਐਂਥ ਹੈ ਤੇ ਇੱਕ ਐਵੇਂ ਪੈਰੀਐਂਥ ਹੈ। ਫਿਰ ਸੈਕੰਡ ਰਾउंड ऑफ ਪੈਰੀਐਂਥ ਇੱਕ ਐਵੇਂ ਪ੍ਰੈਜ਼ੈਂਟ ਹੈ, ਇੱਕ ਐਵੇਂ ਪ੍ਰੈਜ਼ੈਂਟ ਹੈ ਤੇ ਇੱਕ ਐਵੇਂ ਪ੍ਰੈਜ਼ੈਂਟ ਹੈ ਤੇ ਅੰਦਰ ਆਪਸ ਦੇ ਅੰਦਰ ਇਹ ਯੂਨਾਈਟਿਡ ਐਵੇਂ। ਠੀਕ ਹੈ, ਉਸ ਤੋਂ ਬਾਅਦ ਕੀ ਆਂਦੇ, ਪੂਰੇ ਆਂਦੇ ਮਦਰ ਐਕਸਿਸ। ਹੁਣ ਐਂਡੋਸ਼ੀਅਮ ਆਂਦਾ, ਐਂਡੋਸ਼ੀਅਮ ਜਿਹੜਾ ਹੈ ਉਹ 6 ਇਨ ਨੰਬਰ ਹੈ ਤਾਂ ਇਹਦੇ ਨਾਲ ਯੂਨਾਈਟਿਡ ਹੈ। ਫਿਰ ਉਸ ਤੋਂ ਬਾਅਦ ਆ ਜਾਂਦਾ ਓਵਰੀ, ਓਵਰੀ ਟ੍ਰਾਇਲੋक्यूलर है ਤੇ ਹमें ओव्यूल्स प्रेजेंट है ਉਹਦੇ ਅੰਦਰ ਮਲਟੀਪਲ। ये हो गया था फ्लोरल फार्मूला। बहुत ही सिंपल है, इजी है, चैप्टर में कुछ कंफ्यूज नहीं होना है, बट अच्छी तरह याद करना है क्योंकि बहुत सारे क्वेश्चंस ਇਹਦੇ ਅੰਦਰ ਆਉਂਦੇ ਆ। ਹੁਣ ਐਗਜ਼ਾਮਪल्स ਕੀ ਆਉਣਗੀਆਂ, ਜਿਵੇਂ ਕਿ ornamental ਹੈ ਤਾਂ ornamental ਦੇ ਅੰਦਰ ਆਣਗੇ ਟਿਊਲਿਪਸ ਤੇ ਗਲੋਰੀਓਸਾ। ਫਿਰ ਉਸ ਤੋਂ ਬਾਅਦ ਆਏਗਾ ਮੈਡੀਸਨਲ, ਮੈਡੀਸਨ ਦੇ ਅੰਦਰ ਕੀ ਆਏਗਾ, एलोवेरा। वेजिटेबल्स, वेजिटेबल ਦੇ ਅੰਦਰ ਕੀ ਆਏਗਾ, ਐਸਪੈਰਗਸ। ਫਿਰ ਆਏਗਾ ਕੋਲਚਿਸਿਨ, ਕੋਲਚਿਸਿਨ ਕੀ ਦੱਸਿਆ ਗਿਆ ਸੀਗਾ, ਮਾਈਟੋਟਿਕ ਪੋਇਜ਼ਨ ਹੈ। ਇਹਦਾ ਬੋਟਨੀਕਲ ਨੇਮ ਕੀ ਹੈ, ਕੋਲਚਿਕਮ ਆਟੋਮਨੇਲ। ਹੁਣ ਇੱਕ ਵਾਰ ਸਮਰੀ ਦੇਖਦੇ ਹਾਂ, ਸਮਰੀ ਦੇ ਅੰਦਰ ਸਮਰੀ ਦੇ ਅੰਦਰ ਐਸ ਸੱਚ ਜਿਹੜੇ ਇੰਪੋਰਟੈਂਟ ਪੁਆਇੰਟਸ ਹੈ ਉਹ ਜ਼ਰੂਰ ਦੇਖਦੇ हैं। ਜਿਵੇਂ ਕਿ ਆ ਜਾਂਦੇ ਕਿ ਜਿਹੜੇ ਪੁੱਛਿਆ ਗਿਆ ਕਿ ਜਿਹੜੇ ਸੀਡਸ ਉਹ ਕਿਵੇਂ ਵੇਰੀ ਕਰਦੇ ਨੇ, ਸ਼ੇਪ, ਸਾਈਜ਼ ਐਂਡ ਫਿਰ ਪੀਰੀਅਡ ਆਫ ਵਾਇਬਿਲਿਟੀ ਦੇ ਅਕੋਰਡਿੰਗ ਵੀ ਵੇਰੀ ਕਰਦੇ ਨੇ। ਫਿਰ ਉਸ ਤੋਂ ਬਾਅਦ ਕੀ ਆਉਂਦੇ ਕਿ ਜਿਹੜਾ ਸੈਮੀ ਟੈਕਨੀਕਲ ਡਿਸਕ੍ਰਿਪਸ਼ਨ ਹੁੰਦੇ ਫੈਮਿਲੀ ਦੀ, ਜਿਹੜੀ ਇਲਸਟ੍ਰੇਟ ਹੁੰਦੀ ਇਹਦੇ ਥਰੂ ਡਾਇਗਰਾਮ ਤੇ ਫਲੋਰਲ ਫਾਰਮੂਲਾ ਦੇ ਥਰੂ। ਤੇ ਹੁਣ ਜਿਹੜੇ floral features are represented in summarized form as floral diagram the formula। ये सब लाइन इंपॉर्टेंट है क्योंकि सिर्फ ਜਿਹੜੀ ਆਪਣੀ ਸਮਰੀ ਹੈ ਉਹਦੇ ਅੰਦਰ ਹੀ ਹੈ। ਹੁਣ ਜਿਵੇਂ ਲੀਫ ਹੈ, ਲੀਫ ਇਜ਼ ਅ ਲੈਟਰਲ ਆਊਟਗ੍ਰੋਥ ਆਫ ਸਟੈਮ ਡਿਵੈਲਪਡ ਐਗਜ਼ੋਜੀਨਸਲੀ ਐਟ ਦ ਨੋਡ। ਉਸ ਤੋਂ ਬਾਅਦ ਕੀ ਆ ਜਾਂਦੇ, ਜਿਵੇਂ ਦ ਮੋਰਫੋਲੋਜੀਕਲ ਫੀਚਰਸ ਹੈ of stem like presence of node, internode, multicellular hair, positive phototropism, nature help to differentiate them from root। तो ये सारी लाइंस बहुत ज्यादा इंपॉर्टेंट है। ਹੁਣ ਇੱਕ ਬਾਰ ਐਕਸਰਸਾਈਜ਼ ਦੇਖਦੇ ਆ ਜਲਦੀ। ਪੁੱਛਿਆ ਗਿਆ ਕਿ ਹਾਊ ਇਜ਼ ਪਿਨਟਲੀ ਕੰਪਾਊਂਡ ਲੀਫ ਡਿਫਰੈਂਟ ਫਰਮ ਪਾਮਟਲੀ ਕੰਪਾਊਂਡ ਲੀਫ। ਪਿਨਟਲੀ ਕੀ ਹੁੰਦਾ ਕਿ ਉਹ ਮਿਡਰਿਪ ਤੱਕ ਇਨਸਾਈਜ਼ਡ ਹੈ ਤੇ ਈਚ ਲੀਫਲੇਟ ਮਿਡਰਿਪ ਦੇ ਉੱਤੇ ਅਟੈਚਡ ਹੁੰਦਾ ਹੈ, ਬਟ ਜਿਹੜਾ ਸੌਰੀ ਇਹ ਪਾਮਟਲੀ ਲਈ ਹੈ। ਪਿਨਟਲੀ ਲਈ ਕੀ ਹੁੰਦੇ, ਪੁਆਇੰਟ ਨਾਲ ਅਟੈਚ ਹੁੰਦੇ ਉਹ ਸਾਰੇ ਮਿਡਰਿਪ ਨਾਲ। ਠੀਕ ਹੈ, ਜਿਵੇਂ ਕਿ ਸਿਲਕ ਕਾਟਨ ਇਨ ਪਿਨਟਲੀ, ਪਾਮਟਲੀ ਲਈ ਬਾਕੀ ਆਉਂਦੇ ਆ। ਫਿਰ ਸੁਟੇਬਲ ਐਗਜ਼ਾਮਪਲ ਆਫ ਡਿਫਰੈਂਟ ਟਾਈਪਸ ਆਫ ਫਾਈਲੋਟੈਕਸੀ, ਇਹ ਚੈਪਟਰ ਦੇ ਅੰਦਰ ਆਪਾਂ ਈਜ਼ੀਲੀ ਆਪਾਂ ਨੂੰ ਮਿਲ ਜਾਏਗਾ ਕਿ ਫਾਈਲੋਟੈਕਸੀ ਦੇ ਟਾਈਪਸ ਕੀ ਹੈ, ਉਸ ਤੋਂ ਬਾਅਦ ਤੇ ਕੀ ਆਉਂਦਾ। ਫਿਰ ਉਸ ਤੋਂ ਬਾਅਦ ਆਉਂਦਾ ਡਿਫਾਈਨ ਦ ਫੋਲੋਇੰਗ ਟਰਮਸ। ਐਸਟੀਵੇਸ਼ਨ ਮਤਲਬ ਕਿ ਸੈਪਲਸ ਤੇ ਪੈਟਲਸ ਦੀ ਅਰੇਂਜਮੈਂਟ ਕੀ ਹੁੰਦੀ ਹੈ। ਉਸ ਤੋਂ ਬਾਅਦ ਆ ਜਾਂਦੇ ਕਿ ਪਲੇਸੈਂਟੇਸ਼ਨ ਕੀ ਹੈ। ਪਲੇਸੈਂਟੇਸ਼ਨ ਕੀ ਹੁੰਦਾ ਕਿ ਓਵਿਊਲਸ ਦੇ ਅਰੇਂਜਮੈਂਟ ਕੀ ਹੁੰਦੇ ਓਵਰੀ ਤੇ। ਐਕਟੀਨੋਮॉर्फिक ਕੀ ਹੁੰਦਾ, टाइप्स ऑफ सिमेट्री की कोई भी रेडियल प्लेन ਉਹਨੂੰ ਦੋ ਇਕੁਅਲ ਹਾਫਸ ਨਾਲ ਡਿਵਾਈਡ ਕਰ ਦੇ। ਜ਼ਾਈਗੋਮॉर्फिक ਕੀ ਇੱਕ ਸਿੰਗਲ प्लेन ही ਜਿਹੜਾ ਡਿਵਾਈਡ ਕਰ ਸਕਦੇ ਪਾਸ ਤੇ ਫਲੋਰਲ ਐਕਸਿਸ, ਇਹ ਵੀ ਉਹਨੇ ਫਲੋਰਲ ਐਕਸਿਸ ਦੇ ਪਾਸ। ਓਵਰੀ ਸੁਪੀਰੀਅਰ ਮਤਲਬ ਕਿ ਹਾਈਪੋਗਾਈਨਸ ਅਰੇਂਜਮੈਂਟ ਹੁੰਦੀ ਹੈ ਕਿ ਓਵਰੀ ਸੁਪੀਰੀਅਰ ਹੈ, ਬਾਕੀ ਸਾਰੇ ਜਿੰਨੇ ਵੀ ਵਰਲਸ ਹੈ ਉਹਦੇ ਨੀਚੋਂ ਹੀ ਨਿਕਲਦੇ, ਜਿਵੇਂ ਕਿ ਐਂਡਰੋਸ਼ੀਅਮ, ਕਰੋਲਾ ਤੇ ਕੈਲਿਕਸ। ਪੈਰੀਗਾਈਨਸ ਮਤਲਬ ਕਿ ਹਾਫ ਇੰਫੀਰੀਅਰ ਤੇ एपिपेटैलस स्टेमन मतलब कि स्टेम एंड्रोशियम ते पेटल्स ਦੇ ਵਿੱਚ ਐਡਹੈਸ਼ਨ ਹੈ। ਉਸ ਤੋਂ ਬਾਅਦ ਆਉਂਦਾ ਨਾ ਡਿਫਰੈਂਸ਼ੀਏਟ ਬਿਟਵੀਨ ਰੈਸੀਮੋਸ ਐਂਡ ਸਾਈਮੋਸ ਇਨਫਲੋਰੈਸੈਂਸ। ਰੈਸੀਮੋਸ ਕੀ ਹੁੰਦਾ, ਐਕਰੋਪੈਟਲ ਮਤਲਬ ਕਿ ਨਿਊਐਸਟ ਆਪਾਂ ਨੂੰ ਮਿਲਦਾ ਹੈ ਹਾਈਐਸਟ ਪੋਜੀਸ਼ਨ ਤੇ। ਸਾਈਮੋਸ ਕੀ ਹੁੰਦਾ, ਬੇਸੀਪੈਟਲ, ਨਿਊਐਸਟ ਮਤਲਬ ਮਿਲੇਗਾ ਲੋਐਸਟ ਤੇ। ਇਹਦੀ ਗਰੋਥ ਅਰੈਸਟਡ ਹੁੰਦੀ ਹੈ, ਕੁਝ ਪੁਆਇੰਟ ਤੋਂ ਬਾਅਦ ਗਰੋਥ ਨਹੀਂ ਹੁੰਦੀ ਹੈ। ਐਪੋਕਾਰਪਸ ਤੇ ਸਿਨਕਾਰਪਸ ਮਤਲਬ ਕਿ एपोकार्पस ਦੇ ਅੰਦਰ ਜਿਹੜੇ ਓਵਰੀ ਹੁੰਦੇ ਆ ਜਾਂ ਫਿਰ ਗਾਇਨੋਸ਼ੀਅਮ ਹੁੰਦੇ ਫਿਊਜ਼ ਨਹੀਂ ਹੁੰਦੇ ਆ, ਬਟ ਸਿਨਕਾਰਪਸ ਮਤਲਬ ਕਿ ਉਹ ਸਾਰੇ ਓਵਰੀਜ਼ ਫਿਊਜ਼ਡ ਹੈ।
ਫਿਰ ਉਸ ਤੋਂ ਬਾਅਦ ਆਉਂਦਾ ਆਪਣਾ draw a label diagram of gram seed। ਆਪਾਂ ਨੇ ਹੁਣੀ ਡਿਸਕਸ ਕੀਤੀ ਸੀ ਮੋਨੋਕੋਟਿਲਿਡਨਸ ਸੀਡ ਦੇ ਡਾਇਗਰਾਮ। ਉਹਦੇ ਅੰਦਰ ਕੀ ਰਹਿੰਦਾ ਹੈ, ਆਊਟਰਮੋਸਟ ਕਵਰਿੰਗ ਸੀਡ ਕੋਟ ਰਹਿੰਦਾ ਹੈ, ਫਿਰ ਇੱਕ ਐਲੀਰੋਨ ਲੇਅਰ ਹੁੰਦੀ ਹੈ, ਫਿਰ ਉਸ ਤੋਂ ਬਾਅਦ ਸੈਪਰੇਟਡ ਹੁੰਦੀ ਹੈ ਐਂਡੋਸਪਰਮ ਤੋਂ, ਕੋਟਿਲਿਡਨ ਹੁੰਦਾ ਸਕੋਟੈਲਮ, ਫਿਰ ਉਰੇ ਆਪਾਂ ਨੂੰ ਪਲੋਮਿਊਲ ਤੇ ਰੈਡੀਕਲ ਮਿਲਦਾ, ਉਹਨਾਂ ਦੀ ਕਵਰਿੰਗਸ ਕੀ ਹੁੰਦੀ ਹੈ ਕੋਲੇਪਟਾਈਲ ਤੇ ਕੋਲੀਰਾਈਜ਼ਮ। ਫਿਰ वर्टिकल सेक्शन ऑफ मेज सीड। मेज सीड है मोनोकोटिलिडन, ग्राम सीड है डाइकोटिलिडन। तो ये सी मेज सीड दी डायग्राम, ग्राम सीड दी डाइकोटिलिडन ਹੁੰਦੀ ਹੈ ਐਵੇਂ, ਤੇ ਉਹਦੇ ਇੱਕ ਪਲੋਮਿਊਲ ਤੇ ਰੈਡੀਕਲ ਰਹੇਗਾ, ਤੇ ਉਸ ਤੋਂ ਬਾਅਦ ਹਾਈਲਮ ਤੇ ਸਕਾਰਸ ਵਗੈਰਾ ਵੀ ਰਹਿਣਗੇ। ਹੁਣ ਟੇਕ ਵਨ from family Solanaceae, write about the semi-technical descriptions। ਆਪਾਂ ਨੇ ਹੁਣੇ just discuss ਕੀਤਾ ਉਹਦੇ floral formula ਤੇ diagram। ਹੁਣ various type of presentations ਤੇ ਕਿਵੇਂ ਕਿਵੇਂ ਹੁੰਦੇ, ਜਿਵੇਂ marginal ਹੋ ਗਿਆ, axial ਹੋ ਗਿਆ, ਫਿਰ ਬਾਅਦ ਵਿੱਚ basal ਹੁੰਦਾ ਹੈ, ਇਹ ਸਭ ਆਪਾਂ ਨੇ ਡਿਸਕਸ ਕੀਤਾ ਸੀਗਾ। ਹੁਣ what is a flower? flower ਦੀ definition ਕੀ ਹੈ, modified shoot floral, modified shoot meristem ਨੂੰ ਕੀ ਬੋਲਦੇ, floral meristem ਕਰਕੇ flower ਬਣਾਉਂਦੇ। typical parts of angiosperm flower। ਫਿਰ ਆ ਜਾਂਦੇ ਡਿਫਾਈਨਡ ਇਨਫਲੋਰੈਸੈਂਸ। ਇਨਫਲੋਰੈਸੈਂਸ ਕੀ ਹੁੰਦਾ ਕਿ ਅਰੇਂਜਮੈਂਟ ਕਿਵੇਂ ਹੈ ਫਲਾਵਰ ਦੀ ਸਟੈਮ ਤੇ। ਹੁਣ ਡਿਫਰੈਂਟ ਟਾਈਪਸ ਔਨ ਦੀ ਬੇਸਿਸ ਆਫ ਫਲਾਵਰਿੰਗ ਪਲਾਂਟ। ਜਿਹੜੇ ਆ ਵਾਲਾ ਕੁਐਸਚਨ ਹੈ ਰੈਸੀਮੋਸ, ਸਾਈਮੋਸ ਤੇ ਇਨਫਲੋਰੈਂਸ ਸੇ ਸੇਮ ਹੈ। ਫਿਰ ਆ ਜਾਂਦਾ ਅਰੇਂਜਮੈਂਟ ਆਫ ਫਲੋਰਲ ਮੈਂਬਰਸ ਇਨ ਰਿਲੇਸ਼ਨ ਟੂ देयर इंसर्शन एंड थैलेमस। ਇਹ ਮਲਟੀਪਲ ਟਾਈਮਸ ਡਿਸਕਸ ਹੋ ਚੁੱਕੇ ਕਿ ਐਪੀਗਾਈਨਸ, ਫਿਰ ਹਾਈਪੋਗਾਈਨਸ ਤੇ ਪੈਰੀਗਾਈਨਸ ਦਾ ਮਤਲਬ ਕੀ ਹੈ, ਉਹਨਾਂ ਦੀ ਅਰੇਂਜਮੈਂਟ ਕਿਵੇਂ ਹੁੰਦੀ ਤੇ ਐਗਜ਼ਾਮਪਲਸ ਕੀ। ਤਾਂ ਇਸ ਨਾਲ ਆਪਣਾ ਚੈਪਟਰ ਕੰਪਲੀਟ ਹੋ ਜਾਂਦਾ। ਤਾਂ ਜਿਹੜਾ ਵੀ ਇਹ ਚੈਪਟਰ ਹੈ ਥੋੜਾ ਬੋਰਿੰਗ ਲੱਗ ਸਕਦਾ, ਬਟ ਇਹਨੂੰ ਯਾਦ ਕਰਨਾ ਇਜ਼ ਕੁਆਇਟ ਈਜ਼ੀ। ਤੇ ਉਸ ਤੋਂ ਬਾਅਦ ਇਹਦੇ ਅੰਦਰੋਂ ਬਹੁਤ ਸਾਰੇ ਕੁਐਸਚਨਸ ਆਉਂਦੇ ਨੇ ਪ੍ਰੀਵੀਅਸ ਈਅਰ ਦੇ ਅੰਦਰ, ਤੇ ਚੈਪਟਰ ਇਸ ਕਰਕੇ ਬਹੁਤ ਇੰਪੋਰਟੈਂਟ ਹੈ, ਤੇ ਇਹਦੇ ਉੱਤੇ ਅੱਛੀ ਤਰ੍ਹਾਂ ਧਿਆਨ ਦੇਣਾ ਹੈ ਤੇ ਸਭ ਕੁਝ ਪੜ੍ਹਨਾ ਹੈ, ਤੇ ਇਹਦੇ ਪ੍ਰੀਵੀਅਸ ਈਅਰ ਕੁਐਸਚਨ ਜ਼ਰੂਰ ਸੋਲਵ ਕਰਨਾ। ਤੇ ਜਿੰਨੇ ਵੀ ਮੈਂ ਥੋੜਾ ਐਕਸਟਰਾ ਤੁਹਾਨੂੰ ਦੱਸਿਆ ਗਿਆ ਫੈਮਲੀਜ਼ ਦੇ ਬਾਰੇ, ਇਹਨੂੰ ਵੀ ट्राई करना कि याद हो जाए, क्योंकि नीट अंदर क्वेश्चंस थे तो आएंगे ही, एक सिंगल फैमिली के बेसिस पे क्वेश्चंस नहीं बन सकते। सो हैव अ गुड डे एंड हैप्पी लर्निंग। डू गिव अ ट्राई टू द प्रीवियस ईयर क्वेश्चंस, वो बहुत इंपॉर्टेंट है, ते समरी भी नहीं छोड़नी इस चैप्टर पे। हैव अ गुड डे।